ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭਿਓ ਸਰਾਪ ਵਰਤੇ ਜਗੈ ਬਿਸਲਿਓ ਕੰਨਾ ਰਾਏ ਮੈਂ ਸੰਕੀਰਤ ਕਾਲ ਹੋ ਤੈਨੂੰ ਸਾਹਮਣੇ ਜੜ ਜਾਏ। ਦੋਹਰਾ ਸਭਿਓ ਸਰਾਪ ਵਰਤੇ ਜਗੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਗਰੀਬ ਨਵਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਅੰਦਰ ਫਰਮਾਇਆ ਹੈ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ। ਜਿਹੜੇ ਗੁਰੂ ਕੇ ਸਿੱਖ ਗੁਰੂ ਕੇ ਚਰਨਾਂ ਵਿੱਚ ਪਹੁੰਚਦੇ ਹਨ, ਸਤ ਸੰਗਤ ਵਿੱਚ ਆਉਂਦੇ ਹਨ, ਉਹਨਾਂ ਗੁਰਸਿੱਖਾਂ ਦੇ ਸਾਰਿਆਂ ਨਾਲੋਂ ਵੱਡੇ ਭਾਗ। ਮਹਾਰਾਜ ਉਹਨਾਂ ਪੈਰਾਂ ਨੂੰ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਉਹ ਪੂਜਣ ਵਾਲੇ ਹਨ, ਉਹ ਸਤਿਕਾਰਯੋਗ ਹਨ ਜਿਹੜੇ ਸੰਗਤ ਵੱਲ ਚੱਲ ਕੇ ਆਉਂਦੇ। ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜੀਉ ਪਿਆ ਤਉ ਸਰਨੀ। ਕੱਲ ਨੂੰ ਸਾਧ ਸੰਗਤ ਜੀ ਦਸ਼ਮੇਸ਼ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਪੋਹ ਸੁਦੀ 7ਵੀਂ ਦਾ ਦਿਨ ਕੱਲ ਨੂੰ 9 ਜਨਵਰੀ ਨੂੰ ਹੈ। ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਬਿਕਰਮੀ ਸੰਮਤ 1723 ਪੋਹ ਅਤੇ ਪੋਹ ਸੁਦੀ 7ਵੀਂ ਵਾਲੇ ਦਿਨ ਪ੍ਰਕਾਸ਼ ਧਾਰਿਆ।
ਜਿੱਥੇ ਕੱਲ੍ਹ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਕਥਾ ਵਿਚਾਰ ਹੋਵੇਗੀ। ਲੜੀਵਾਰ ਦਸ਼ਮੇਸ਼ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਜੋ ਪਾਵਨ ਗੁਰੂ ਸਾਹਿਬ ਜੀ ਦਾ ਇਤਿਹਾਸ ਲੰਮੇ ਜੱਟਪੁਰੇ ਦਾ ਚੱਲ ਰਿਹਾ ਹੈ, ਜਿੱਥੇ ਨੂਰੇ ਮਾਹੀ ਨੇ ਦਸ਼ਮੇਸ਼ ਪਾਤਸ਼ਾਹ ਜੀ ਨੂੰ ਸਰਹੰਦ ਦਾ ਸਾਕਾ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਜੀ ਦੀ ਸ਼ਹਾਦਤ ਸੁਣਾਈ ਹੈ। ਇਹ ਲੜੀਵਾਰ ਗਾਥਾ ਆਰੰਭ ਕਰਨ ਤੋਂ ਪਹਿਲਾਂ ਕੁਝ ਵਿਚਾਰ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਧਾਰਨ ਕਰਨ ਦੀ ਸਾਂਝੀ ਕਰਦੇ ਹਾਂ, ਕਿਉਂਕਿ ਗੁਰੂ ਸਾਹਿਬ ਜੀ ਦਾ ਇਤਿਹਾਸ, ਗੁਰੂ ਸਾਹਿਬ ਜੀ ਦੇ ਅਵਤਾਰ ਧਾਰਨ ਦੀ ਕਥਾ ਬੇਅੰਤ ਹੈ, ਬਹੁਤ ਵੱਡੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੇ ਪੂਰਬਲੇ ਜਨਮ ਦੀ ਕਥਾ ਆਪ ਵਰਣਨ ਕੀਤੀ ਹੈ। ਗਰੀਬ ਨਵਾਜ ਸਾਹਿਬ ਜੀ ਨੇ ਵੀ ਇਹ 10ਵਾਂ ਜਾਮਾ ਧਾਰਨ ਤੋਂ ਪਹਿਲਾਂ ਅਸੀਂ ਪੂਰਬਲੇ ਜਨਮ ਦੇ ਵਿੱਚ ਹੇਮਕੁੰਡ ਸਾਹਿਬ ਵਾਲੇ ਸਥਾਨ ਤੇ ਤਪ ਵੀ ਕੀਤਾ, ਦੁਸ਼ਟ ਦਮਨ ਦੇ ਰੂਪ ਦੇ ਵਿੱਚ। ਜਿਸ ਮੌਕੇ ਦੇ ਉੱਤੇ ਦੁਸ਼ਟਾਂ ਨੂੰ ਸੋਧਾ ਲਾਇਆ, ਦੁਸ਼ਟਾਂ ਦਾ ਦਮਨ ਕੀਤਾ ਤੇ ਆਪ ਜੀ ਦਾ ਨਾਮ ਦੁਸ਼ਟ ਦਮਨ ਪਿਆ। ਪਰਮੇਸ਼ਰ ਵਾਹਿਗੁਰੂ ਜੀ ਹਰੇਕ ਸਮੇਂ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਧ ਸੰਗਤ ਜੀ ਪ੍ਰਗਟ ਹੁੰਦੇ ਰਹਿੰਦੇ ਹਨ। ਮਹਾਰਾਜ ਸਾਹਿਬ ਜੀ ਆਉਂਦੇ ਰਹਿੰਦੇ ਹਨ, ਇੱਕ ਵਾਰੀ ਨਹੀਂ ਅਨੇਕਾਂ ਵਾਰੀ। ਔਰ ਸਤਿਗੁਰੂ ਸਾਹਿਬ ਜੀ, ਇਹ ਮਹਾਰਾਜ ਸਾਹਿਬ ਜੀ ਦੀ ਮੌਜ ਹੈ, ਕਿਤੇ ਤਪਸਵੀ ਦੇ ਰੂਪ ਦੇ ਵਿੱਚ ਬਹਿ ਕੇ ਤਪ ਕਰਦੇ ਹਨ ਤੇ ਕਿਤੇ ਫੇਰ ਮਹਾਰਾਜ ਸਾਹਿਬ ਜੀ ਸੰਸਾਰ ਦੀ ਕਲਿਆਣ ਕਰਨ ਵਾਸਤੇ ਆਉਂਦੇ ਹਨ। ਆਪ ਹੀ ਅਨੇਕਾਂ ਰੂਪ ਧਾਰਦੇ ਹਨ, ਕਿਤੇ ਤਪੱਸਿਆ ਕਰਕੇ ਪ੍ਰਵਾਨ ਹੁੰਦੇ ਹਨ, ਕਿਤੇ ਆਪ ਹੀ ਪ੍ਰਵਾਨ ਕਰਨ ਵਾਲੇ ਹਨ। ਜਿਵੇਂ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਵਾਹਿਗੁਰੂ ਪਰਮੇਸ਼ਰ ਦੀ ਐਸੀ ਕੁਦਰਤ ਹੈ, ਐਸੀ ਸ਼ਕਤੀ ਹੈ ਜੋ ਅਨੇਕਾਂ ਰੂਪ ਧਾਰਨ ਕਰਦੇ ਹਨ। ਕਿਤੇ ਗੁਰੂ ਰੂਪ ਹੋ ਜਾਂਦੇ, ਕਿਤੇ ਚੇਲਾ ਰੂਪ ਵੀ ਹੋ ਜਾਂਦੇ ਹਨ, ਕਿਤੇ ਮੁਰਸ਼ਦ ਰੂਪ ਹੁੰਦੇ ਹਨ, ਕਿਤੇ ਮੁਰੀਦ ਰੂਪ ਵੀ ਹੁੰਦੇ ਹਨ। ਆਪੇ ਗੁਰ ਚੇਲਾ ਹੈ ਆਪੇ, ਆਪੇ ਹਰਿ ਪ੍ਰਭ ਚੋਜ ਵਿਡਾਨੀ। ਆਪ ਹੀ ਹਰੀ ਪ੍ਰਭੂ ਇਹ ਸਾਰੇ ਅਸਚਰਜ ਚੋਜ ਕਰਦੇ ਹਨ। ਤਾਂ ਗਰੀਬ ਨਵਾਜ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੀ ਕਥਾ ਦਾ ਆਪ ਵਰਣਨ ਕੀਤਾ ਹੈ ਆਪਣੀ ਬਾਣੀ ਵਿੱਚ, ਬਚਿੱਤਰ ਨਾਟਕ ਦੇ ਅੰਦਰ। ਜੋ ਸਤਿਗੁਰੂ ਜੀ ਦਾ ਪਾਵਨ ਸੱਚਖੰਡ ਦਰਬਾਰ ਹੈ ਸ੍ਰੀ ਅਬਚਲ ਨਗਰ ਹਜੂਰ ਸਾਹਿਬ, ਉੱਥੇ ਵੀ ਮਹਾਰਾਜ ਸਾਹਿਬ ਜੀ ਨੇ ਪਹੁੰਚ ਕੇ ਖਾਲਸੇ ਨੂੰ ਦੱਸਿਆ ਸੀ ਕਿ ਅਸੀਂ ਪਿਛਲੇ ਜਨਮ ਵਿੱਚ ਵੀ ਇੱਥੇ ਤਪ ਕੀਤਾ ਹੈ, ਇਹ ਸਾਡਾ ਤਪ ਸਥਾਨ ਹੈ। ਉੱਥੇ ਤਪ ਕਰਦਿਆਂ ਹੋਇਆਂ, ਦੁਸ਼ਟਾਂ ਨੂੰ ਸੋਧਦਿਆਂ ਹੋਇਆਂ, ਫਿਰ ਮਹਾਰਾਜ ਸਾਹਿਬ ਜੀ ਹੇਮਕੁੰਡ ਦੀ ਪਹਾੜੀ ਉੱਤੇ ਜਾ ਕੇ ਵੀ ਤਪ ਕੀਤਾ। ਉਸੇ ਦਾ ਜ਼ਿਕਰ ਗਰੀਬ ਨਵਾਜ ਸਾਹਿਬ ਨੇ ਆਪਣੀ ਬਾਣੀ 'ਚ ਕੀਤਾ। ਮਹਾਰਾਜ ਕਹਿੰਦੇ, ਅਬ ਮੈਂ ਆਪਣੀ ਕਥਾ ਬਖਾਨੋ। ਜੋ ਇਹ ਬਚਨ ਕਿਹਾ ਨਾ ਵੀ ਹੁਣ ਮੈਂ ਆਪਣੀ ਕਥਾ ਕਥਨ ਕਰਦਾ ਹਾਂ, ਹੁਣ ਆਪਣੀ ਕਥਾ ਦੱਸਦਾ ਹਾਂ, ਇਹਦੇ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਹੋਰ ਵੀ ਕਥਾ ਦੱਸਦੇ ਆਏ। 9 ਪਾਤਸ਼ਾਹੀਆਂ ਦੀ ਕਥਾ ਵੀ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਕਥਨ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਵੀ ਗਰੀਬ ਨਵਾਜ ਸਾਹਿਬ ਜੀ ਨੇ ਸੁਣਾਈ ਹੈ ਆਪਣੀ ਰਸਨਾ ਤੋਂ। 3 ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹ ਤਹ ਭਏ ਸਹਾਏ। ਤੇ ਉਹ ਕਥਾ ਕਥਦਿਆਂ ਜਦੋਂ ਮਹਾਰਾਜ ਅੱਗੇ ਆਏ ਤੇ ਫਿਰ ਕਹਿਣ ਲੱਗੇ ਵੀ ਹੁਣ ਅਸੀਂ ਆਪਣੀ ਕਥਾ ਦੱਸਦੇ ਹਾਂ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹੇ ਵਿਦ ਮੋਹਿਆਨੋ। ਜਿਵੇਂ ਸਾਨੂੰ ਤਪੱਸਿਆ ਕਰਦਿਆਂ ਹੋਇਆਂ ਜਿਸ ਤਰੀਕੇ ਨਾਲ ਪ੍ਰਭੂ ਨੇ ਲਿਆਂਦਾ, ਇਹ ਸੰਸਾਰ ਦੇ ਵਿੱਚ ਸਾਨੂੰ ਲਿਆਂਦਾ,
ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਿਤ ਹੈ ਤਹਾਂ। ਜਿਸ ਥਾਂ ਦੇ ਉੱਤੇ ਹੇਮਕੁੰਟ ਨਾਮ ਦਾ ਪਰਬਤ ਹੈ, ਜਿਸ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਸਪਤ ਸ੍ਰਿੰਗ, 7 ਉੱਚੀਆਂ ਚੋਟੀਆਂ ਸ਼ੋਭਾ ਪਾਉਂਦੀਆਂ ਹਨ। ਸਪਤ ਸ੍ਰਿੰਗ ਤੇ ਨਾਮ ਕਹਾਵਾ, ਪਾਂਡੁ ਰਾਜ ਜਹ ਜੋਗ ਕਮਾਵਾ। ਉਸ ਥਾਂ ਦਾ ਨਾਂ ਜਿੱਥੇ ਹੇਮਕੁੰਟ ਹੈ, ਉੱਥੇ ਸਪਤ ਸ੍ਰਿੰਗ ਵੀ ਉਹਨੂੰ ਕਿਹਾ ਜਾਂਦਾ, ਜਿੱਥੇ ਪਾਂਡਵਾਂ ਦੇ ਵਡੇਰੇ ਪੰਡੂ ਰਾਜੇ ਨੇ ਯੋਗਾ ਅਭਿਆਸ ਦੀ ਕਮਾਈ ਵੀ ਕੀਤੀ ਹੈ। ਜਿਹੜੀਆਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਮਹਾਰਾਜ ਸਾਹਿਬ ਜੀ ਦੇ ਉਸ ਪਾਵਨ ਸਥਾਨ ਤੇ, ਜੇ ਮੌਸਮ ਸਾਫ਼ ਹੋਵੇ ਤੇ ਸ੍ਰੀ ਹੇਮਕੁੰਟ ਸਾਹਿਬ ਵਾਲੇ ਸਥਾਨ ਤੇ ਜਾਈਏ ਤੇ ਉਹਦੇ ਤੋਂ ਉੱਚੀਆਂ 7 ਚੋਟੀਆਂ ਸ਼ੋਭਾ ਪਾਉਂਦੀਆਂ, 4 ਚੁਫੇਰੇ ਉਹ 7 ਚੋਟੀਆਂ ਜਿਹੜੀਆਂ। ਤੇ ਹੁਣ ਤੇ ਉੱਥੇ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਖਾਲਸੇ ਨੇ ਕੇਸਰੀ ਨਿਸ਼ਾਨ ਝੁਲਾਏ ਹੋਏ ਹਨ 7 ਹੀ ਚੋਟੀਆਂ ਦੇ ਉੱਤੇ। ਸਾਫ਼ ਮੌਸਮ ਹੋਵੇ ਤੇ 7 ਚੋਟੀਆਂ ਉੱਤੇ ਨਿਸ਼ਾਨ ਸਾਹਿਬਾਂ ਦੇ ਦਰਸ਼ਨ ਹੁੰਦੇ ਆ। ਮਹਾਰਾਜ ਕਹਿੰਦੇ ਸਪਤ ਸ੍ਰਿੰਗ ਤੇ ਨਾਮ ਕਹਾਵਾ, ਪਾਂਡੁ ਰਾਜ ਜਹ ਜੋਗ ਕਮਾਵਾ। ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਉੱਥੇ ਅਸੀਂ ਅਦਕ ਬਹੁਤ ਲੰਮਾ ਸਮਾਂ ਤਪ ਕੀਤਾ। ਔਰ ਜੋ ਮਹਾਕਾਲ ਹੈ ਨਾ, ਕਾਲ ਦਾ ਵੀ ਮਹਾਕਾਲ, ਜਿਹਦੇ ਉੱਤੇ ਕੋਈ ਕਾਲ ਸਮੇਂ ਦਾ ਪ੍ਰਭਾਵ ਨਹੀਂ, ਕਾਲ ਮੌਤ ਦਾ ਪ੍ਰਭਾਵ ਨਹੀਂ, ਉਹ ਕਾਲ ਦਾ ਵੀ ਜਿਹੜਾ ਮਹਾਕਾਲ ਪਰਮੇਸ਼ਰ ਵਾਹਿਗੁਰੂ ਹੈ ਨਾ, ਜਿਸ ਨੂੰ ਮੂਲ ਮੰਤਰ ਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਮੂਰਤ ਆਖਿਆ, ਉਸੇ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਕਾਲ ਦਾ ਮਹਾਕਾਲ ਆਖਿਆ। ਉਸ ਮਹਾਕਾਲ ਦੀ ਮਹਾਰਾਜ ਕਹਿੰਦੇ ਅਸੀਂ ਆਰਾਧਨਾ ਕੀਤੀ, ਅਸੀਂ ਆਰਾਧਨਾ ਕਰਨ ਵਾਲੇ ਹੋਏ। ਜਿਸ ਵੇਲੇ ਇਸ ਪੰਕਤੀ ਦਾ ਅਰਥ ਕਰਦੇ ਹਨ ਮਹਾਂਪੁਰਖ ਸੰਪਰਦਾ ਦੇ ਵਿੱਚ, ਦਮਦਮੀ ਟਕਸਾਲ ਦੇ ਅੰਦਰ, ਤਾਂ ਉਹਨਾਂ ਨੇ ਫਿਰ ਇੱਥੇ ਵਿਆਖਿਆ ਕਰਦੇ ਹੋਏ ਦੱਸਿਆ, ਕਹਿੰਦੇ ਵੀ ਜਿਹੜਾ ਪਾਠ ਕਰੇ ਉਹਨੂੰ ਪਾਠੀ ਕਿਹਾ ਜਾਂਦਾ, ਜਿਹੜਾ ਕਥਾ ਕਰੇ ਉਹਨੂੰ ਕਥਾਕਾਰ ਜਾਂ ਕਥਾਵਾਚਕ ਕਿਹਾ ਜਾਂਦਾ, ਜਿਹੜਾ ਰਾਗ ਗਾਵੇ ਉਹਨੂੰ ਰਾਗੀ ਕਿਹਾ ਜਾਂਦਾ, ਵੀ ਜਿਹੜਾ ਕੰਮ ਕਰੇ ਉਹਦਾ ਨਾਮ ਪੈ ਜਾਂਦਾ ਹੈ। ਜਿਹੜਾ ਡਰਾਈਵਰੀ ਕਰੇ ਉਹਨੂੰ ਡਰਾਈਵਰ ਕਹਿ ਦਿੰਦੇ ਆਪਾਂ, ਜਿਹੜਾ ਖੇਤੀ ਕਰੇ, ਕਿਰਸਾਨੀ ਕਰੇ ਉਹਨੂੰ ਕਿਰਸਾਨ ਕਿਹਾ ਜਾਂਦਾ ਹੈ, ਤੇ ਜਿਹੜਾ ਆਰਾਧਨਾ ਕਰੇ ਉਹਨੂੰ ਆਰਾਧੀ ਕਿਹਾ ਜਾਂਦਾ ਹੈ। ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਅਸੀਂ ਕਾਲ ਦਾ ਜੋ ਮਹਾਕਾਲ ਹੈ ਉਹਦੀ ਆਰਾਧੀ ਕੀ, ਉਹਦੀ ਆਰਾਧਨਾ ਕਰਨ ਵਾਲੇ ਹੋਏ ਸੀ, ਉਸ ਦੀ ਆਰਾਧਨਾ ਕੀਤੀ। ਮਹਾਕਾਲ ਕਾਲ ਕਾ ਆਰਾਧੀ। ਕਈ ਵਾਰੀ ਇੱਥੇ ਕਈ ਭੁਲੇਖਾ ਵੀ ਪਾ ਦਿੰਦੇ, ਵੇਖੋ ਜੀ ਇਹ ਤਾਂ ਕਾਲ ਕਾ ਆਰਾਧੀ ਆ ਗਿਆ, ਵੀ ਇਹ ਤਾਂ ਆਰਾਧੀ ਆ ਗਿਆ, ਵੀ ਇਹ ਤਾਂ ਕੋਈ ਦੇਵੀ ਆਰਾਧੀ ਹੋਣੀ ਹੈ, ਕੋਈ ਕਾਲੀ ਦੇਵੀ ਆਰਾਧੀ ਹੋਣੀ ਆ। ਤੇ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਚ ਆਖਿਆ ਵੀ ਉਹ ਦੇਵੀ ਵੀ ਉਹਦੀ ਪੈਦਾ ਕੀਤੀ ਆ, ਅਸੀਂ ਉਸ ਨੂੰ ਆਰਾਧਦੇ ਹਾਂ ਜਿਸ ਨੇ ਦੇਵੀ ਨੂੰ ਪੈਦਾ ਕੀਤਾ। ਭਗਉਤੀ ਕੀ ਵਾਰ ਚ ਮਹਾਰਾਜ ਸਾਹਿਬ ਜੀ ਨੇ ਕਿਹਾ ਨਾ ਬਚਨ, ਗਰੀਬ ਨਵਾਜ ਸਾਹਿਬ ਜੀ ਕਹਿੰਦੇ ਖੰਡਾ ਪ੍ਰਿਥਮੈ ਸਾਜ ਕਹਿ ਜਨ ਸਭ ਸਹਿ ਸਾਰਿਓ ਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨੇ ਅੰਦਰ ਬਾਦ ਰਚਾਇਆ, ਤੈ ਹੀ ਦੁਰਗਾ ਸਾਜ ਕਹਿ ਦੈਂਤਾਂ ਦਾ ਨਾਸ ਕਰਾਇਆ। ਆਖਿਆ ਤੈ ਹੀ ਦੁਰਗਾ ਸਾਜ ਕਹਿ ਕਿ ਵਾਹਿਗੁਰੂ ਤੂੰ ਦੁਰਗਾ ਨੂੰ ਸਾਜਿਆ, ਤੂੰ ਕਰਤਾ ਹੈ, ਉਹ ਤੇਰੀ ਪੈਦਾ ਕੀਤੀ ਹੋਈ ਹੈ। ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਮਹਾਰਾਜ ਕਹਿੰਦੇ ਐਸਾ ਜੋ ਮਹਾਕਾਲ ਹੈ ਨਾ, ਕਾਲ ਦਾ ਵੀ ਮਹਾਕਾਲ, ਉਹਦੀ ਅਸੀਂ ਆਰਾਧਨਾ ਕੀਤੀ। ਤੇ ਐਸੀ ਆਰਾਧਨਾ ਕੀਤੀ, ਇੰਨੀ ਆਰਾਧਨਾ ਕੀਤੀ, ਇੰਨਾ ਤਪ ਕੀਤਾ, ਇਹ ਬਿਦ ਕਰਤ ਤਪੱਸਿਆ ਭਇਓ, ਦੁਐ ਤੇ ਏਕ ਰੂਪ ਹੋਇ ਗਇਓ। ਦੋਵਾਂ ਤੋਂ ਇੱਕ ਰੂਪ ਹੀ ਹੋ ਗਏ, ਹੈ ਤਾਂ ਇੱਕੋ ਰੂਪ ਹੀ ਆ। ਇਹ ਮਹਾਰਾਜ ਸਾਹਿਬ ਜੀ ਦਾ ਕੌਤਕ ਹੀ ਆ। ਆਪ ਹੀ ਨਿਰਗੁਣ ਸਰੂਪ, ਆਪ ਹੀ ਸਰਗੁਣ ਹੈ, ਨਿਰਗੁਣ ਆਪ ਸਰਗੁਣ ਪਿਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪ ਹੀ ਆਰਾਧਨਾ ਕਰਨ ਵਾਲੇ ਹਨ, ਆਪ ਹੀ ਉਹ ਇੱਕੋ ਰੂਪ ਹੀ ਹਨ। ਇਹ ਮਹਾਰਾਜ ਦਾ ਕੌਤਕ ਹੀ ਰਚਿਆ ਹੋਇਆ ਹੈ। ਦੁਐ ਤੇ ਏਕ ਰੂਪ ਹੋਇ ਗਇਓ। ਮਹਾਰਾਜ ਕਹਿੰਦੇ ਇਧਰਲੇ ਪਾਸੇ ਸਾਡੇ ਮਾਤਾ ਪਿਤਾ ਜੀ ਨੇ ਵੀ ਆਰਾਧਨਾ ਕੀਤੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤੇ ਮਾਤਾ ਗੁਜਰ ਕੌਰ ਜੀ ਨੇ। ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਕਿੰਨਾ ਲੰਮਾ ਸਮਾਂ ਆਰਾਧਨਾ ਕੀਤੀ।
फिर त्रिवेणी ते जाके भी आराधना की, 6 महीने त्रिवेणी ते भी रहे। उत्थे तुरकी बाणी का श्री अखंड पाठ साहब भी करवाया सी नावे पातशाह जी ने, माता नानकी जी दे कहण करके। तात मात मोर अलख आराधा, मेरे माता पिता जी ने भी उस अलख की आराधना की थी। बहु विध जोग साधना साधा, बहुत विधियां दे नाल साधन साधे, साधन कीते ते उस प्रभु दे नाल जोग जुड़ना कीता। बहु विध जोग साधना साधा, तिन जो करी अलख की सेवा। साडे माता पिता ने उस अलख परमेश्वर की जो सेवा की, भगती की, तां ते भये प्रसन्न गुरदेवा। उस सेवा ते उस भगती ते अकाल पुरख वाहिगुरु महाकाल गुरुदेव प्रसन्न हो गए। तिन प्रभ जब आयस मोह दिया, तब हम जन्म कलू मह लिया। तिस प्रभु ने जदों सानू फिर आग्या की, फिर असी कलयुग के समय विच महाराज कहंदे जन्म लिया। गुरु साहब निमरता पूर्वक अपने आउण नूं जन्म कहिंदे हन, पर जदों गुरसिख कहिंदा है उस वेले प्रकाश अखर वरतदा है, अवतार कहिंदा है, आगमन कहिंदा है। महाराज कहंदे तब हम जन्म कलू मह लिया। ते यह भी बचन गरीब नवाज ने कहा भी साडा चित नहीं सी करदा आउण वास्ते। चेतना भयो हमरो आवन कहे, चुभी रही श्रुत प्रभ चरणन मह। क्योंकि साडी सुरती प्रभु चरना विच चुभी हुई सी, साडा जी नहीं सी करदा आ संसार दे विच आउण वास्ते। असीं प्रभु दे विच इकमिक लीन होए आनंद दे विच सां। ते फिर की होया, ज्यों त्यों प्रभ हमको समझायो, इम कह के लोक पठायो। जिवें तिवें करके प्रभु ने सानू समझाया कि तुहानू संसार ते जाना ही पैना है। दुनिया बड़ी विगड़ गई है, इन्हां नू जिहड़े खोटे पासे लगे इन्हां नू सीधे पासे लाउण वास्ते तुहानू जाना पैना है। तुसीं जाओगे तां ही पवित्र पंथ खालसा पंथ तुसीं साजणा जाके। फिर महाराज कहंदे प्रभु ने सानू जिवें तिवें करके समझाया, ते जो कुछ आख्या वो बड़ी लम्मी गाथा है विचित्र नाटक बाणी दे विच। गुरसिख पढ़न वाले सुनन वाले जानते हैं। महाराज ने आख्या जिन्हां जिन्हां नू भेजिया संसार ते होर कईयां दा जिक्र कीता भी किसी ने सुन्नत ही कर दी, किसी ने कन्न पाड़ के मुंदरा ही पवा दित्तियां, किसी ने गलां विच लकड़ दीयां माला ही पवा दित्तियां, कंठी कंठ काठ की डारी प्रभ की प्रीत रीत ना विचारी। इस करके तुसीं जाओ ते खालसा पंथ साजो, असीं तुहानू अपना पुत्र थाप के भेजदे हां। प्रभु ने आख्या मैं अपना सुत तोहे निवाजा, पंथ परचुर करबे कहो साजा। जाए तहां तै धर्म चलाए, कबुत करन ते लोक हटाए। ते कलगीधर पातशाह कहंदे फिर असीं 3 काम करन वास्ते आए संसार दे विच। एक तां खालसा पंथ साजण वास्ते, धर्म चलाउण वास्ते। जिस धर्म की नींह गुरु नानक साहब जी ने रखी है, जिसका बीज गुरु नानक साहब जी ने बीजिया है, वो धर्म नूं प्रपक्क करन वास्ते, ते एक दुष्टां दीआं जड़ां पुट्टण वास्ते, ते तीजा महाराज कहंदे भी जिहड़े प्रभु दे प्यारे संत उन्हां नूं बचाउण वास्ते, भले इंसानां दी रखिया करन वास्ते। तां इह पंक्तियां पढ़ के आपां लड़ीवार गाथा दे नाल जुड़दे हां, इतिहास दे नाल जुड़दे हां। एक बारी सब माई भाईए पवित्र कलगीधर पातशाही दे बचनां दे नाल सांझ पाईए। धर्म चलावन संत उबारन, धर्म चलावन संत उबारन। दुष्ट सभन का मूल उपारन, दुष्ट सभन का मूल उपारन। जाहि काज धरा हम जन्मं, जाहि काज धरा हम जन्मं।
ਸਮਝ ਲੈ ਹੋ ਸਾਧੂ ਸਭ ਮਨ ਮੰਗ, ਸਮਝ ਲੈ ਹੋ ਸਾਧੂ ਸਭ ਮਨ ਮੰਗ। ਸਮਝ ਲੈ ਸਾਧੂ ਸਭ ਮਨ ਮੰਗ, ਸਮਝ ਲੈ ਸਾਧੂ ਸਭ ਮਨ ਮੰਗ। ਇਹ ਕਲਗੀਧਰ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਚੋਂ ਕੁਝ ਬਚਨਾਂ ਦੀ ਸਾਂਝ ਅੱਜ ਇਸ ਕਰਕੇ ਸਾਧ ਸੰਗਤ ਜੀ ਪਾਈ ਹੈ ਕਿ ਮਹਾਰਾਜ ਸਾਹਿਬ ਜੀ ਨੇ ਬੇਅੰਤ ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਆਉਣ ਦਾ ਆਪ ਹੀ ਕਥਨ ਕੀਤਾ ਤੇ ਗੁਰੂ ਸਾਹਿਬ ਜੀ ਦਾ ਇਤਿਹਾਸ ਵੀ ਕੁਝ ਕੱਲ ਦੇ ਦੀਵਾਨ ਵਿੱਚ ਵੀ ਸਾਂਝਾ ਕਰਾਂਗੇ, ਨਾਲ ਲੜੀਵਾਰ ਗਾਥਾ ਵੀ ਆਪਾਂ ਵਿਚਾਰਨੀ ਹੈ। ਸੋ ਗਰੀਬ ਨਵਾਜ ਲੰਮੇ ਜੱਟਪੁਰੇ ਜਿਸ ਵੇਲੇ ਨੂਰੇ ਮਾਹੀ ਨੇ ਮਹਾਰਾਜ ਸਾਹਿਬ ਜੀ ਨੂੰ ਸਾਰਾ ਸ਼ਹੀਦੀ ਸਾਕਾ ਸਰਹੰਦ ਦਾ, ਸਾਹਿਬਜ਼ਾਦਿਆਂ ਦਾ, ਮਾਤਾ ਜੀ ਦਾ ਸੁਣਾਇਆ ਹੈ। ਜਿਵੇਂ ਸਤਿਗੁਰੂ ਜੀ ਨੇ ਉਹ ਕਾਈ ਦਾ ਬੂਟਾ ਉਹਦੀ ਜੜ ਪੁੱਟੀ ਹੈ ਤੇ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਵੀ ਉਹਨੇ ਤੁਰਕਾਂ ਦੀ ਜੜ ਪੁੱਟੀ ਜਾਵੇਗੀ। ਇਹ ਸਰਹੰਦ ਸ਼ਹਿਰ ਵਿੱਚ ਬਹੁਤ ਵੱਡਾ ਪਾਪ ਹੋਇਆ ਹੈ, ਇਹਦੀ ਇੱਟ ਨਾਲ ਇੱਟ ਖੜਕੇਗੀ, ਇਹ ਉੱਜੜ ਜਾਵੇਗਾ ਦੁੱਖ ਪਾ ਕੇ, ਸਾਡੇ ਸਿੱਖ ਇਸ ਨੂੰ ਉਜਾੜਨਗੇ। ਔਰ ਇਹ ਜਿਹੜੀ ਗੁਰੂ ਮਾਰੀ ਸਰਹੰਦ ਹੈ ਇਹ ਤੁਰਕਾਂ ਦਾ ਰਾਜ ਭਾਗ ਸਾਡੇ ਖਾਲਸਾ ਇੱਥੇ ਕਰੇਗਾ, ਇਹਨਾਂ ਦਾ ਸਭ ਰਾਜ ਭਾਗ ਤੇ ਖੋਹ ਕਰਕੇ ਇਹਨਾਂ ਨੂੰ ਬਾਹਰ ਕੱਢ ਦੇਵੇਗਾ ਤੇ ਇਹਨਾਂ ਜ਼ਾਲਮਾਂ ਨੂੰ ਸੋਧੇ ਲਾਵੇਗਾ। ਐਸੇ ਬਚਨ ਮਹਾਰਾਜ ਨੇ ਕਹੇ ਸੀ। ਇਸ ਤੋਂ ਅੱਗੇ ਜੋ ਗਾਥਾ ਆ ਰਹੀ ਹੈ ਦਸ਼ਮੇਸ਼ ਪਾਤਸ਼ਾਹੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਨਾਮ ਸ੍ਰੀ। ਜਦੋਂ ਕਲਗੀਧਰ ਪਾਤਸ਼ਾਹ ਜੀ ਦੀ ਰਸਨਾ ਤੋਂ ਇਹ ਸਰਾਪ ਰੂਪੀ ਬਚਨ ਸੁਣੇ ਹਨ ਤੇ ਜੋ ਕੱਲਾ ਰਾਏ ਹੈ ਨਾ, ਰਾਏ ਕੱਲਾ, ਉਹ ਸੁਣ ਕਰਕੇ ਹੈਰਾਨ ਹੋਇਆ। ਜਦੋਂ ਇਹ ਸਰਹੰਦ ਨੂੰ ਮਹਾਰਾਜ ਸਾਹਿਬ ਜੀ ਨੇ ਵੀਰ ਰਸ ਵਿੱਚ ਆ ਕਰਕੇ ਐਸਾ ਬਚਨ ਕੀਤਾ ਵੀ ਇਹ ਉੱਜੜ ਜਾਵੇਗੀ, ਇੱਥੇ ਹਲ ਵਾਇਆ ਜਾਵੇਗਾ, ਇਹਦੀ ਇੱਟ ਨਾਲ ਇੱਟ ਖੜਕ ਜਾਵੇਗੀ, ਇਹ ਤੁਰਕਾਂ ਦੀ ਜੜ ਪੁੱਟੀ ਗਈ, ਜ਼ਾਲਮਾਂ ਦੀ ਕਾਈ ਦੇ ਬੂਟੇ ਦੀ ਜੜ ਪੁੱਟ ਕੇ ਮਹਾਰਾਜ ਨੇ ਬਚਨ ਕੀਤਾ ਸੀ। ਤਾਂ ਇਹ ਸਰਾਪ ਰੂਪੀ ਬਚਨ ਸੁਣ ਕਰਕੇ ਰਾਏ ਕੱਲਾ ਹੈਰਾਨ ਹੋਇਆ ਹੈ। ਤੇ ਮਨ ਵਿੱਚ ਸੋਚਣ ਲੱਗ ਪਿਆ ਵੀ ਮੈਂ ਵੀ ਤਾਂ ਤੁਰਕਾਂ ਦਾ ਸੰਗੀ ਹਾਂ, ਵੀ ਮੇਰਾ ਵੀ ਜਿਹੜਾ ਜਨਮ ਹੈ ਉਹ ਮੁਸਲਮਾਨਾਂ ਦੇ ਘਰ ਦਾ ਹੈ ਤੇ ਮੈਂ ਵੀ ਤੁਰਕਾਂ ਦਾ ਸੰਗੀ ਹਾਂ। ਵੀ ਜੇ ਤੁਰਕਾਂ ਦੀ ਜੜ ਪੁੱਟੀ ਜਾਣੀ ਹੈ ਤੇ ਫਿਰ ਮੇਰੀ ਵੀ ਜੜ ਪੁੱਟੀ ਚਲੇ ਜਾਵੇਗੀ ਉਹਨਾਂ ਦੇ ਨਾਲ, ਵੀ ਮੇਰਾ ਵੀ ਰਾਜ ਭਾਗ ਨਾਸ ਹੋ ਜਾਵੇਗਾ, ਮੇਰੀ ਵੀ ਅੰਸ ਬੰਸ ਜਿਹੜੀ ਪਿੱਛੋਂ ਪੀੜ੍ਹੀ ਦਰ ਪੀੜ੍ਹੀ ਚੱਲਦੀ ਆਉਂਦੀ ਹੈ ਦਾਦੇ ਪੜਦਾਦੇ ਤੋਂ ਤੇ ਜਿਹੜੀ ਅੱਗੇ ਚੱਲਣੀ ਹੈ, ਫਿਰ ਇਹ ਮੇਰੀ ਵੀ ਜੜ ਪੁੱਟੀ ਜਾਵੇਗੀ, ਵੀ ਮੇਰੀ ਬੰਸ ਦਾ ਵੀ ਕੋਈ ਨਹੀਂ ਰਵੇਗਾ। ਫਿਰ ਜੜ ਪੁੱਟਣ ਤੋਂ ਭਾਵ ਹੈ ਵੀ ਅੱਗੇ ਸਾਰਾ ਜਿਹੜਾ ਹੈ ਪੀੜ੍ਹੀ ਉਹ ਸਮਾਪਤ ਹੋ ਜਾਵੇਗੀ। ਵੀ ਫਿਰ ਇਹ ਸੋਚਣ ਲੱਗ ਪਿਆ ਹੈਰਾਨ ਹੋ ਕੇ ਰਾਏ ਕੱਲਾ ਵੀ ਮੇਰੀ ਵੀ ਪੀੜ੍ਹੀ ਤੇ ਮੇਰਾ ਵੀ ਰਾਜ ਭਾਗ ਫਿਰ ਚਲੇ ਜਾਵੇਗਾ, ਖਤਮ ਹੋ ਜਾਵੇਗਾ। ਉੱਥੇ ਬੈਠਾ ਹੋਇਆ ਮਨ ਵਿੱਚ ਹੀ ਸੋਚ ਰਿਹਾ ਹੈ ਕਿ ਮੈਂ ਤਾਂ ਗੁਰੂ ਸਾਹਿਬ ਜੀ ਦੇ ਪਾਸ ਹੀ ਹਾਂ, ਪਰ ਮੈਂ ਹੱਥ ਨਹੀਂ ਜੋੜੇ ਸਤਿਗੁਰੂ ਜੀ ਦੇ ਅੱਗੇ। ਤੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ, ਗੁਰੂ ਸਾਹਿਬ ਜੀ ਦੀ ਪੂਜਾ ਕਰਕੇ ਮੈਂ ਬਖਸ਼ਾਇਆ ਨਹੀਂ ਹੈ ਆਪਣੇ ਆਪ ਨੂੰ, ਵੀ ਸਤਿਗੁਰੂ ਜੀ ਨੇ ਬਚਨ ਕਰ ਦਿੱਤਾ ਤੁਰਕਾਂ ਦੀ ਜੜ ਪੁੱਟੀ ਗਈ, ਜ਼ਾਲਮਾਂ ਦੀ ਜੜ ਪੁੱਟੀ ਗਈ, ਤੇ ਇਸ ਕਰਕੇ ਮੈਂ ਮਹਾਰਾਜ ਦੇ ਪਾਸ ਹਾਂ, ਪਰ ਫਿਰ ਵੀ ਹੱਥ ਜੋੜ ਕੇ ਬਖਸ਼ਾਇਆ ਨਹੀਂ ਹੈ। ਬੈਠਾ ਬੈਠਾ ਉੱਥੇ ਹੀ ਸੋਚ ਰਿਹਾ ਹੈਰਾਨ ਹੋ ਕੇ ਵੀ ਹਾਲੇ ਵੀ ਸਮਾਂ ਹੈ ਮੇਰੇ ਕੋਲੇ। ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਕੇ ਤੇ ਆਪਣੀ ਜੜ ਰੱਖ ਲਵਾਂ, ਮੇਰਾ ਰਾਜ ਭਾਗ ਬਚ ਜਾਵੇ, ਮੇਰੀ ਪੀੜ੍ਹੀ ਬਚ ਜਾਵੇ, ਮੇਰਾ ਖਾਨਦਾਨ ਬਚ ਜਾਵੇ। ਹੁਣ ਵੀ ਸਮਾਂ ਹੈ, ਮੈਂ ਸਤਿਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਕੇ ਆਪਣੇ ਆਪ ਨੂੰ ਬਖਸ਼ਾ ਲਵਾਂ। ਇਸ ਤਰ੍ਹਾਂ ਇਹਨੇ ਨਿਸ਼ਚਾ ਕੀਤਾ ਗੁਰੂ ਜੀ ਦੇ ਬਚਨਾਂ ਉੱਤੇ ਤੇ ਮਨ ਦੇ ਵਿੱਚ ਇਹ ਗੱਲ ਠਹਿਰਾਈ ਹੈ
ਇਹ ਨਿਸ਼ਚਾ ਕੀਤਾ ਵੀ ਸਤਿਗੁਰੂ ਅੱਗੇ ਮੈਨੂੰ ਬੇਨਤੀ ਕਰਨੀ ਚਾਹੀਦੀ ਹੈ ਤੇ ਗੁਰੂ ਸਾਹਿਬ ਜੀ ਤੋਂ ਆਪਣੇ ਆਪ ਨੂੰ ਬਖਸ਼ਾਉਣਾ ਚਾਹੀਦਾ ਹੈ। ਫਿਰ ਸਾਰੀ ਸਭਾ ਦੇ ਵਿੱਚ ਉੱਠ ਕੇ ਖਲੋ ਗਿਆ ਤੇ ਦੋਵੇਂ ਹੱਥ ਜੋੜੇ। 300 ਤਾਂ ਇਹਦਾ ਨੌਕਰ ਹੀ ਬੈਠਾ ਹੋਇਆ ਸੀ, ਇਹਦਾ ਸਿਪਾਹੀ, 300 ਆਦਮੀ, ਤੇ ਸੈਂਕੜੇ ਲੋਕ ਹੋਰ ਲੰਮੇ ਜੱਟਪੁਰੇ ਦੇ ਆਲੇ ਦੁਆਲੇ ਦੇ ਬੈਠੇ ਹੋਏ ਸੀ ਸੰਗਤਾਂ। ਤੇ ਉਹ ਸਾਰੀ ਸੰਗਤ ਦੇ ਵਿੱਚ ਫਿਰ ਰਾਏ ਇਕੱਲਾ ਉੱਠ ਕੇ ਖਲੋ ਗਿਆ ਤੇ ਦਸ਼ਮੇਸ਼ ਪਾਤਸ਼ਾਹ ਜਿੱਥੇ ਪਲੰਘੇ ਤੇ ਬੈਠੇ ਸੀ ਤੇ ਚਰਨ ਦੋਵੇਂ ਧਰਤੀ ਤੇ ਰੱਖੇ ਹੋਏ ਸਨ ਮਹਾਰਾਜ ਸਾਹਿਬ ਜੀ ਨੇ, ਤੇ ਸਾਹਮਣੇ ਖਲੋ ਗਿਆ ਹੱਥ ਜੋੜ ਕਰਕੇ। ਸ੍ਰੀ ਪ੍ਰਭੂ ਕਿਰਪਾ ਕਰੋ ਪ੍ਰਭੂ ਜੀ। ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਵੀ ਸੋਭਾ ਵਾਲੇ ਪ੍ਰਭੂ ਜੀ, ਆਪ ਮੇਰੇ ਉੱਤੇ ਕਿਰਪਾ ਦੀ ਦ੍ਰਿਸ਼ਟੀ ਕਰੋ, ਮੇਰੇ ਤੇ ਆਪ ਕਿਰਪਾ ਕਰੋ। ਦਾਸ ਕਦੀਮੀ ਰਾਮ ਤੇਰਾ। ਮਹਾਰਾਜ ਮੈਂ ਤਾਂ ਬਹੁਤ ਲੰਮੇ ਸਮੇਂ ਦਾ ਕਦੀਮੀ ਆਪ ਜੀ ਦਾ ਦਾਸ ਹਾਂ, ਆਪ ਜੀ ਦਾ ਸਿੱਖ ਸੇਵਕ ਹਾਂ। ਦੁਰਗਤ ਸੰਗ ਪਿਛੇ ਨਹਿ ਮੇਰਾ। ਮਹਾਰਾਜ ਮੇਰਾ ਜਨਮ ਤਾਂ ਤੁਰਕਾਂ ਦੇ ਘਰ ਦਾ ਹੈ, ਪਰ ਇਹ ਜਿਹੜੇ ਜ਼ੁਲਮ ਕਰਨ ਵਾਲੇ, ਪਾਪ ਕਰਨ ਵਾਲੇ, ਇਹਨਾਂ ਜ਼ਾਲਮ ਲੋਕਾਂ ਦੇ ਨਾਲ ਮੇਰਾ ਕੋਈ ਹਿੱਤ ਨਹੀਂ ਹੈ। ਮਹਾਰਾਜ ਮੈਨੂੰ ਇਹਨਾਂ ਜ਼ਾਲਮ ਲੋਕਾਂ ਦੇ ਨਾਲ, ਤੁਰਕਾਂ ਦੇ ਨਾਲ ਨਾ ਮਿਲਾਓ। ਮੈਨੂੰ ਮਹਾਰਾਜ ਆਪਣੇ ਸਰਾਪ ਰੂਪੀ ਬਚਨ ਤੋਂ ਵੱਖਰਾ ਰੱਖ ਕੇ ਮੈਨੂੰ ਬਚਾ ਲਓ। ਮੈਨੂੰ ਉਹਨਾਂ ਤੁਰਕਾਂ ਦੇ ਨਾਲ ਨਾ ਰਲਾਓ ਜਿਨ੍ਹਾਂ ਨੇ ਪਾਪ ਕੀਤਾ ਹੈ, ਜ਼ੁਲਮ ਕੀਤਾ, ਤੇ ਜਿਨ੍ਹਾਂ ਦੀ ਤੁਸੀਂ ਜੜ ਪੁੱਟਣ ਦਾ ਵਚਨ ਕਰ ਦਿੱਤਾ ਹੈ। ਮਹਾਰਾਜ ਮੈਨੂੰ ਉਹਨਾਂ ਤੋਂ ਵੱਖਰਾ ਰੱਖ ਕੇ ਤੇ ਮੇਰੀ ਜੜ ਲੱਗੀ ਰਹਿਣ ਦਿਓ, ਮੈਨੂੰ ਬਚਾ ਲਵੋ। ਤੇ ਸ੍ਰੀ ਗੁਰੂ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਵੀ ਪਹਿਲਾਂ ਦੇ ਸਮੇਂ, ਭਾਵ ਪਹਿਲਾਂ ਜਿਸ ਵੇਲੇ ਅਸੀਂ ਬਚਨ ਕੀਤਾ ਹੈ ਤੇ ਤੂੰ ਆਪਣੇ ਬਚਾਅ ਵਾਸਤੇ ਪਹਿਲਾਂ ਬਚਨ ਕਰਨਾ ਸੀ। ਜਿਸ ਵੇਲੇ ਅਸੀਂ ਇਹ ਸਰਾਪ ਰੂਪੀ ਬਚਨ ਕੀਤਾ ਹੈ ਸਰਹੰਦ ਨੂੰ ਖਤਮ ਕਰਨ ਦਾ ਤੇ ਤੁਰਕਾਂ ਦੀਆਂ ਜੜ੍ਹਾਂ ਪੁੱਟਣ ਦਾ, ਤੇ ਤੂੰ ਪਹਿਲਾਂ ਦੱਸਦਾ ਆਪਣੇ ਭਲੇ ਵਾਸਤੇ, ਪਹਿਲਾਂ ਬੇਨਤੀ ਕਰਦਾ ਤੇ ਤੈਨੂੰ ਅਸੀਂ ਬਚਾ ਲੈਂਦੇ। ਇਹ ਸਮੂਹ ਜ਼ਾਲਮ ਤੁਰਕਾਂ ਤੋਂ ਤੈਨੂੰ ਵੱਖਰਾ ਰੱਖ ਕੇ ਤੈਨੂੰ ਬਚਾ ਲੈਂਦੇ। ਸਤਿਗੁਰੂ ਜੀ ਦਾ ਬਚਨ ਸੁਣ ਕਰਕੇ ਰਾਏ ਕੱਲੇ ਨੇ ਫੇਰ ਆਖਿਆ, ਮਹਾਰਾਜ ਇੰਨਾ ਗੁੱਸਾ ਤੇ ਮੈਂ ਕਦੀ ਵੇਖਿਆ ਹੀ ਨਹੀਂ ਆਪ ਜੀ ਦੇ ਵਿੱਚ, ਜਿੰਨਾ ਗੁੱਸਾ ਮਹਾਰਾਜ ਆਪ ਜੀ ਨੂੰ ਆਇਆ। ਕਿਉਂਕਿ ਜਦੋਂ ਨੂਰੇ ਮਾਹੀ ਨੇ ਸਾਰਾ ਸਾਕਾ ਸੁਣਾਇਆ ਵੀ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਇਸ ਤਰ੍ਹਾਂ ਠੰਡੇ ਬੁਰਜ ਵਿੱਚ ਰੱਖਿਆ ਗਿਆ, 3 ਰਾਤਾਂ ਮਾਤਾ ਜੀ ਤੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਰਹੇ, ਭੁੱਖੇ ਪਿਆਸੇ, ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਲਿਜਾਂਦੇ ਰਹੇ, ਅਖੀਰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਸੀਸ ਧੜ ਤੋਂ ਵੱਖਰੇ ਕਰ ਦਿੱਤੇ ਗਏ, ਸ਼ਹੀਦ ਹੋ ਗਏ ਸਾਹਿਬਜ਼ਾਦੇ, ਮਾਤਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਇਹ ਸਾਰਾ ਸੁਣ ਕਰਕੇ ਸ਼ਹੀਦੀ ਸਾਕਾ ਤੇ ਜੋ ਵੀਰ ਰਸ ਆਇਆ ਫਿਰ ਮਹਾਰਾਜ ਨੂੰ, ਉਸ ਵੀਰ ਰਸ ਦੇ ਵਿੱਚ ਸਤਿਗੁਰੂ ਜੀ ਨੇ ਬਚਨ ਕਰ ਦਿੱਤਾ। ਤੇ ਰਾਏ ਕੱਲਾ ਕਹਿੰਦਾ, ਮਹਾਰਾਜ ਇੰਨਾ ਗੁੱਸਾ ਤਾਂ ਮੈਂ ਕਦੀ ਪਹਿਲਾਂ ਵੇਖਿਆ ਹੀ ਨਹੀਂ ਹੈ ਆਪ ਜੀ ਦੇ ਵਿੱਚ। ਇਸ ਕਰਕੇ ਮਹਾਰਾਜ ਮੈਂ ਪਹਿਲਾਂ ਨਹੀਂ ਬੇਨਤੀ ਕਰ ਸਕਿਆ, ਹੁਣ ਕੁਝ ਸਮਾਂ ਰੁਕ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਤੇ ਹੁਣ ਵੀ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ, ਤੇ ਆਪ ਆਪਣੇ ਸ਼ਰਨ ਪਏ ਦੀ ਮੇਰੀ ਲਾਜ ਰੱਖ ਲਵੋ, ਮੈਨੂੰ ਬਚਾ ਲਵੋ। ਮਹਾਰਾਜ ਮੈਨੂੰ ਆਪਣਾ ਦਾਸ ਸਮਝ ਕੇ ਮੈਨੂੰ ਬਖਸ਼ ਲਓ, ਇਹ ਕਿਰਪਾ ਕਰੋ ਮੇਰੇ ਤੇ। ਮਹਾਰਾਜ ਮੇਰਾ ਰਾਜ ਤੇ ਤੇਜ ਇਹ ਆਪ ਰੱਖ ਲਓ ਜੀ ਦੁਨੀਆ ਦੇ ਵਿੱਚ, ਮੇਰਾ ਰਾਜ ਵੀ ਰਵੇ, ਰਾਜ ਭਾਗ ਵੀ, ਤੇ ਮੇਰਾ ਤੇਜ ਪ੍ਰਤਾਪ ਵੀ ਬਣਿਆ ਰਵੇ। ਮਹਾਰਾਜ ਮੈਂ ਹੁਣ ਵੀ ਆਪ ਜੀ ਦੀ ਸ਼ਰਨ ਵਿੱਚ ਪਿਆ ਹੋਇਆ ਹਾਂ, ਆਪ ਮੇਰੇ ਤੇ ਹੁਣ ਇਹ ਕਿਰਪਾ ਕਰੋ ਜੀ। ਫਿਰ ਸੋਭਾ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਰਾਏ ਕੱਲੇ ਦੇ ਨਾਲ ਬਚਨ ਕੀਤਾ। ਮਿਟ ਕੇ ਸਕੈ ਸੱਚ ਬਜਾਨਾ। ਮਹਾਰਾਜ ਕਹਿੰਦੇ ਜਿਹੜਾ ਬਚਨ ਹੋ ਗਿਆ ਨਾ ਸੱਚਾ, ਹੁਣ ਉਹ ਕਿਵੇਂ ਮਿਟ ਸਕਦਾ ਹੈ? ਇਹ ਤੇ ਤੁਰਕਾਂ ਦੀ ਜੜ ਹੁਣ ਪੁੱਟੀ ਜਾਣੀ ਹੈ। ਇਹ ਬਚਨ ਜਿਹੜਾ ਨਿਕਲ ਗਿਆ ਏ ਇਹ ਮਿਟ ਨਹੀਂ ਸਕਦਾ ਹੈ। ਹੁਣ ਆਪ ਤੁਰਕਨ ਘਰ ਹੋਗਾ। ਮਹਾਰਾਜ ਕਹਿੰਦੇ ਹੋਣਹਾਰ ਨੇ ਤੁਰਕਾਂ ਦੇ ਘਰ ਨੂੰ ਨਾਸ ਕਰ ਦਿੱਤਾ ਹੈ। ਅਪਰਾਧ ਨਹੀਂ ਹੋਗਾ। ਕਿਉਂਕਿ ਜਿਹੜੇ ਨਿਤਾ ਪ੍ਰਤੀ ਅਪਰਾਧ ਹੀ ਕਰੀ ਜਾਂਦੇ, ਅਪਰਾਧ ਕਰਦੇ ਹੀ ਵੇਖੇ ਜਾਂਦੇ ਹਨ। ਵੀ ਗਊ ਗਰੀਬ ਨੂੰ ਮਾਰਦੇ ਆ, ਗਰੀਬਾਂ ਨੂੰ ਦੁੱਖ ਦਿੰਦੇ ਆ, ਤੇ ਇਸੇ ਤਰ੍ਹਾਂ ਬਿਨਾਂ ਕਾਰਨ ਤੋਂ ਇਹ ਜ਼ੁਲਮ ਕਰਦੇ ਹਨ। ਤੇ ਇਹ ਜੋ ਨਿਤਾ ਪ੍ਰਤੀ ਅਪਰਾਧ ਕਰ ਰਹੇ ਆ, ਉਹ ਪੱਧਰ ਕਰ ਰਹੇ, ਜ਼ੁਲਮ ਕਰ ਰਹੇ, ਇਸ ਕਰਕੇ ਹੋਣਹਾਰ ਨੇ ਇਹਨਾਂ ਜ਼ਾਲਮ ਤੁਰਕਾਂ ਦੇ ਘਰ ਨਾਸ ਕਰ ਦਿੱਤੇ। ਨਹੀਂ ਨਗਾਰ ਬੰਦ ਹੋ ਰਹਿ। ਸਤਿਗੁਰੂ ਕਹਿੰਦੇ ਰਾਏ ਕੱਲੇ ਹੁਣ ਤਾਂ ਇਹ ਬਚਨ ਹੋ ਗਿਆ ਵਾ, ਇਹਨਾਂ ਦਾ ਕੋਈ ਨਗਾਰ ਬੰਦ ਵੀ ਨਹੀਂ ਰਵੇਗਾ, ਨਗਾਰਾ ਵਜਾਉਣ ਵਾਲਾ ਵੀ ਨਹੀਂ ਰਵੇਗਾ। ਹੁਣ ਇਹਨਾਂ ਦੀ ਸਫਾ ਉੱਠ ਜਾਵੇਗੀ। ਉੱਠ ਗਈ ਸਫਾ ਮਲੇਸ਼ ਕੇ ਕਰ ਕੂੜਾ ਪਾਸਾਰ। ਹੁਣ ਇਹਨਾਂ ਦੀ ਸਫਾ ਉੱਠ ਜਾਵੇਗੀ, ਇਹਨਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਵੀ ਨਹੀਂ ਰਵੇਗਾ। ਇਹ ਚਿੰਤਾ ਨਿਤ ਪ੍ਰਾਪਤ ਹੈ। ਇਹ ਤਾਂ ਅੱਜ ਤੋਂ ਮਹਾਰਾਜ ਕਹਿੰਦੇ ਇਹਨਾਂ ਦਾ ਤੇਜ ਖਤਮ ਹੋਣ ਲੱਗ ਪਿਆ। ਅੱਜ ਤੋਂ ਧਰਮੀਆਂ ਦਾ ਖੂਨ ਡੁੱਲਾ ਹੈ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਖੂਨ ਡੁੱਲਾ ਹੈ। ਇਸ ਕਰਕੇ ਇਹਨਾਂ ਦਾ ਅੱਜ ਤੋਂ ਹੀ ਜਿਹੜਾ ਤੇਜ ਹੈ ਉਹ ਘਟਣ ਲੱਗ ਪਿਆ ਹੈ। ਤੇ ਉਹ ਘਟਦਾ ਘਟਦਾ ਘਟ ਜਾਣਾ, ਇਹਨਾਂ ਦਾ ਨਗਾਰਾ ਵਜਾਉਣ ਵਾਲਾ ਵੀ ਨਹੀਂ ਕੋਈ ਰਹਿਣਾ ਹੈ। ਅਬ ਜਿਨਕੀ ਸਹਿ ਕ੍ਰਿਸ਼ਨ ਰਾਜ। ਅੱਜ ਦੇ ਸਮੇਂ ਜਦੋਂ ਉੱਥੇ ਮਹਾਰਾਜ ਕਲਗੀਧਰ ਬੈਠੇ ਹੋਏ ਸੀ, ਸਤਿਗੁਰੂ ਕਹਿੰਦੇ ਹੁਣ ਤਾਂ ਇਹਨਾਂ ਦਾ 2100 ਕੋਹਾਂ ਦੇ ਵਿੱਚ ਰਾਜ ਹੈ। ਚੱਕਰਵਰਤ ਕੋ ਸਿਰ ਪਰ ਤਾਜ। ਹੁਣ ਤਾਂ ਇਹ ਆਪਣੇ ਆਪ ਨੂੰ ਔਰੰਗਾ ਚੱਕਰਵਰਤੀ ਬਾਦਸ਼ਾਹ ਕਹਾਉਂਦਾ ਹੈ ਨਾ, ਵੀ ਮੇਰਾ 2100 ਕੋਹਾਂ ਵਿੱਚ ਰਾਜ ਹੈ, ਏਡਾ ਵੱਡਾ ਰਾਜ ਹੈ, ਤੇ ਮੈਂ ਚੱਕਰਵਰਤੀ ਹਾਂ, ਤੇ ਮੇਰੇ ਸਿਰ ਦੇ ਉੱਤੇ ਤਾਜ ਝੁਲਦਾ। ਮਾਰੇ ਕਹਿੰਦੇ ਜਿਹੜੇ ਚੱਕਰਵਰਤੀ ਇਹ ਬਾਦਸ਼ਾਹ ਨਾ ਔਰੰਗਜ਼ੇਬ, ਜਿਹਦੇ ਸਿਰ ਦੇ ਉੱਤੇ ਤਾਜ ਹੈ ਤੇ 2100 ਕੋਹਾਂ ਦੇ ਵਿੱਚ ਇਹਦਾ ਰਾਜ ਭਾਗ ਹੈ। ਬਸ ਥੋੜੇ ਜੇ ਦੇਣੀਆਂ ਅੱਜ ਤੋਂ ਘਟਣ ਲੱਗ ਪਿਆ ਹੈ, ਤੇ ਥੋੜੇ ਦਿਨਾਂ ਦੇ ਵਿੱਚ ਹੀ ਇਹ ਨਾਸ ਹੋ ਜਾਵੇਗਾ। ਥੋੜੇ ਦਿਨ ਹੀ ਹੁੰਦੇ ਜਿਹੜੇ 2-4 ਸਾਲ। ਤਾਂ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਖਿਆ ਥੋੜੇ ਦਿਨਾਂ ਦੇ ਵਿੱਚ ਹੀ ਇਹ ਸਾਰਾ ਘਟਣ ਲੱਗ ਪਿਆ ਹੈ, ਖਤਮ ਹੋ ਜਾਵੇਗਾ। ਤੇ ਫਿਰ ਇਹਨਾਂ ਦੀ ਹੌਲੀ ਹੌਲੀ ਮਸਾਂ ਮਸਾਂ ਗੁਜ਼ਾਰਾ ਹੀ ਇਹਨਾਂ ਦਾ ਹੋਇਆ ਕਰੇਗਾ, ਜਿਹੜੇ ਆਪਣੇ ਆਪ ਨੂੰ ਇਹ ਸੂਬੇ ਕਹਾਉਂਦੇ ਤੇ ਚੱਕਰਵਰਤੀ ਕਹਾਉਂਦੇ ਹਨ। ਜਿਸ ਸਰਹੰਦ ਸ਼ਹਿਰ ਦੇ ਵਿੱਚ ਸਾਡੇ ਸਾਹਿਬਜ਼ਾਦਿਆਂ ਨੂੰ ਇਹਨਾਂ ਤੁਰਕਾਂ ਨੇ ਬਿਅਰਥ ਝਗੜਾ ਕਰਕੇ ਤੇ ਅਵਗਿਆ ਕੀਤੀ ਹੈ ਨਾ, ਸਾਹਿਬਜ਼ਾਦਿਆਂ ਦੀ ਨਰਾਦਰੀ ਕੀਤੀ ਹੈ, ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਜ਼ੁਲਮ ਕੀਤਾ, ਪਾਪ ਕੀਤਾ ਹੈ। ਐਸੀ ਜਿਹੜੀ ਇਹ ਸਰਹੰਦ ਹੈ ਨਾ, ਜਿਹੜੀ ਕਈ ਕੋਹਾਂ ਤੀਕ ਵਸਦੀ ਹੈ, ਬਹੁਤ ਵੱਡੀ ਇਹਦੀ ਵਸੋਂ ਹੈ, ਜੋ ਜਿਹਦੇ ਵਿੱਚ ਬਹੁਤੇ ਜ਼ਿਆਦੇ ਧਨੀ ਲੋਕ ਰਹਿੰਦੇ ਆ ਤੇ ਵੱਡੇ ਵੱਡੀਆਂ ਮਹਿਲ ਮਾੜੀਆਂ ਹਨ। ਇਹ ਸਾਰੇ ਵੱਡੇ ਵੱਡੇ ਘਰਾਂ ਦੀਆਂ ਜੜਾਂ ਉਖੜ ਜਾਣੀਆਂ। ਰਾਏ ਕੱਲੇ ਨੀਆਂ ਤੀਕ ਪੁੱਟੇ ਜਾਣੇ ਵੱਡੇ ਵੱਡੇ ਮਹਿਲ, ਇਹ ਜੜਾਂ ਉਖੜ ਜਾਣੀਆਂ ਸਰਹੰਦ ਦੀਆਂ। ਜਿਸ ਥਾਂ ਦੇ ਉੱਤੇ ਸਾਡੇ ਸਾਹਿਬਜ਼ਾਦਿਆਂ ਦੀ ਨਰਾਦਰੀ ਹੋਈ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਹੈ, ਜਿਹੜੀ ਇਹ ਸਰਹੰਦ ਕਈ ਕੋਹਾਂ ਵਿੱਚ ਵਸਦੀ ਹੈ, ਜਿੱਥੇ ਬਹੁਤ ਧਨੀ ਲੋਕ ਵਸਦੇ ਆ, ਵੱਡੇ ਵੱਡੇ ਮਹਿਲ ਵਸਦੇ ਆ, ਉਹ ਮਹਿਲਾਂ ਦੀਆਂ ਜੜਾਂ ਪੁੱਟੀਆਂ ਜਾਣਗੀਆਂ। ਤੇ ਜਿੱਥੇ ਅੱਜ ਕੱਲ ਵੱਡੇ ਵੱਡੇ ਮਹਿਲ ਆ, ਉਸ ਥਾਂ ਦੇ ਉੱਤੇ ਬਲਦਾਂ ਦੇ ਨਾਲ ਹਲ ਵਾਹ ਕੇ ਖੇਤੀ ਹੋਇਆ ਕਰੇਗੀ। ਉਥੇ ਬਲਦਾਂ ਨਾਲ ਹਲ ਵਾਏ ਜਾਣਗੇ। ਮਹਾਰਾਜ ਕਹਿੰਦੇ ਐਸਾ ਇਹਨਾਂ ਨੇ ਪਾਪ ਕੀਤਾ, ਪਾਪਾਂ ਦਾ ਫਲ ਇਹ ਪ੍ਰਾਪਤ ਹੋਵੇਗਾ। ਕਿਉਂਕਿ ਜਿਹੋ ਜਿਹਾ ਬੀਜ ਬੀਜਿਆ ਜਾਂਦਾ ਉਹ ਫਲ ਜ਼ਰੂਰ ਦਿੰਦਾ ਹੈ, ਭਾਵੇਂ ਹੁਣ ਦਵੇ, ਭਾਵੇਂ ਕੱਲ ਨੂੰ ਦਵੇ, ਪਰਸੋਂ ਨੂੰ ਦੇਵੇ, ਹਫ਼ਤੇ ਬਾਅਦ ਦਵੇ, ਮਹੀਨੇ ਬਾਅਦ ਦਵੇ, ਸਾਲ ਬਾਅਦ ਦੇਵੇ, ਜਾਂ 20 ਸਾਲਾਂ ਨੂੰ ਜਾਂ 30 ਸਾਲਾਂ ਨੂੰ ਦੇਵੇ, ਜਾਂ ਇਸ ਜਨਮ 'ਚ ਦੇਵੇ ਜਾਂ ਅਗਲੇ ਜਨਮ 'ਚ ਦੇਵੇ। ਜਿਹੜਾ ਬੀਜ ਬੀਜਿਆ ਹੈ ਨਾ, ਉਹਨੇ ਪੁੰਗਰਨਾ ਹੈ, ਉਗਣਾ ਹੈ, ਤੇ ਫਲ ਜ਼ਰੂਰ ਦੇਣਾ ਹੈ।
ਇਸ ਕਰਕੇ ਗੁਰਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਬੀਜ ਚੰਗਾ ਬੀਜ, ਐਸਾ ਬੀਜ ਨਾ ਬੀਜੀ ਵੀ ਜਿਹਦਾ ਫਲ ਜਿਹੜਾ ਹੈ ਉਹ ਫਿਰ ਦੁੱਖ ਰੂਪੀ ਮਿਲੇ। ਬਹੁਤ ਥਾਈਂ ਮਹਾਰਾਜ ਨੇ ਬਚਨ ਕੀਤਾ। ਪਹਿਲੀ ਗੁਰੂ ਕੀ ਬਾਣੀ ਜਪਜੀ ਸਾਹਿਬ 'ਚ ਸਤਿਗੁਰਾਂ ਨੇ ਫਰਮਾਇਆ ਵੀ ਜਿਹੜਾ ਬੀਜਦਾ ਨੂੰ ਆਪ ਨੂੰ ਖਾਣਾ ਪੈਂਦਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਇਸ ਸਰੀਰ ਨੂੰ ਖੇਤ ਆਖਿਆ। ਧੁਰ ਕੀ ਬਾਣੀ 'ਚ ਮਹਾਰਾਜ ਨੇ ਆਖਿਆ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਜੋ ਬੀਜਿਆ ਉਹ ਅੰਤ ਵੇਲੇ ਅੱਗੇ ਆ ਖਲੋਣਾ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਸਾਨੂੰ ਇਹ ਸਮਝਾਉਂਦਿਆਂ ਬਚਨ ਕੀਤੇ ਵੀ ਕਰਮਾਂ ਦਾ ਬੀਜ ਜਿਹੜਾ ਉਹ ਚੰਗਾ ਬੀਜ, ਚੰਗੇ ਕਰਮ ਕਰ। ਇਹ ਵਾਚੀਆਂ ਵੀ ਜਾਣੀਆਂ ਚੰਗਿਆਈਆਂ ਤੇ ਬੁਰਾਈਆਂ ਤੇ ਇਹਦਾ ਫਲ ਵੀ ਮਿਲਣਾ। ਵਾਚ ਕੇ ਛੱਡ ਹੀ ਨਹੀਂ ਦੇਣਾ ਵੀ ਵੇਖ ਕੇ ਵਾਚ ਕੇ ਛੱਡ ਦੇਣਾ, ਇਹਦਾ ਫਿਰ ਫਲ ਵੀ ਮਿਲੇਗਾ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ ਨਾ ਦੀਜੈ ਅਵਰ ਜਨਾ, ਜੋ ਬੰਦਿਆ ਕਰਮ ਕਰਦਾ ਉਹਦਾ ਫਲ ਤੈਨੂੰ ਭੋਗਣਾ ਪੈਣਾ, ਉਹ ਆਪ ਨੂੰ। ਇਸ ਕਰਕੇ ਆਖਿਆ ਪਾਪ ਕਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ। ਪਾਪ ਕਰਕੇ ਜੋ ਧਨ ਦੌਲਤ ਇਕੱਠੀ ਕੀਤੀ ਹੈ ਉਹਦਾ ਹਿੱਸਾ ਤੇ ਬਾਕੀ ਵੰਡਾ ਲੈਣਗੇ, ਪਰ ਜਿਹੜਾ ਫਲ ਮਿਲਣਾ ਹੈ ਨਾ ਉਸ ਵੇਲੇ ਸਜ਼ਾ ਮਿਲਣੀ ਉਹ ਨਹੀਂ ਕਿਸੇ ਨੇ ਵੰਡਾਉਣੀ। ਜਿਹੋ ਜਿਹਾ ਜੀਵ ਬੀਜ ਬੀਜਦਾ ਹੈ ਉਹ ਆਪ ਨੂੰ ਹੀ ਫਲ ਪ੍ਰਾਪਤ ਕਰਨਾ ਪੈਂਦਾ, ਤੇ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ। ਅਨੇਕ ਵਾਰੀ ਗੁਰਬਾਣੀ 'ਚ ਐਸੇ ਬਚਨ ਕਹੇ, ਜਿਵੇਂ ਭਗਤ ਤ੍ਰਿਲੋਚਨ ਜੀ ਨੇ ਵੀ ਬਚਨ ਕੀਤਾ। ਉਹਨਾਂ ਨੇ ਆਪਣੇ ਘਰ ਵਾਲੀ ਨੂੰ ਸਮਝਾਉਂਦਿਆਂ ਆਖਿਆ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ। ਆਖਿਆ ਭੁੱਲ ਗਏ ਮੂਰਖੇ, ਨਾਰਾਇਣ ਨੂੰ ਕਿਉਂ ਮਾੜਾ ਕਹਿੰਦੀ ਹੈ? ਉਹ ਨਹੀਂ ਕਿਸੇ ਨਾਲ ਵਿਤਕਰਾ ਕਰਦਾ। ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਦੁੱਖ ਰਿਤ ਸੁਖ ਰਿਤ ਥਾਰੋ ਕਰਮਰੀ। ਦੁੱਖ ਤੇ ਸੁਖ ਤੇਰੇ ਕਰਮਾਂ ਦਾ ਹੈ, ਜਿਹੋ ਜਿਹਾ ਤੂੰ ਕਰਮ ਕੀਤਾ ਹੈ। ਤਾਂ ਸਤਿਗੁਰੂ ਕਹਿੰਦੇ ਇਹਨਾਂ ਨੇ ਪਾਪ ਕੀਤੇ, ਇਸ ਕਰਕੇ ਸਰਹੰਦ ਦੇ ਵਿੱਚ ਪਾਪ ਹੋਏ ਆ। ਇਹ ਸਰਹੰਦ ਉੱਜੜ ਜਾਵੇਗੀ, ਪਾਪਾਂ ਦਾ ਫਲ ਇਹਨਾਂ ਨੂੰ ਇਸ ਤਰ੍ਹਾਂ ਦਾ ਮਿਲੇਗਾ। ਇਹ ਤੁਰਕਾਂ ਦੇ ਰਾਜ ਦਾ ਨਿਬੇੜਾ ਹੋ ਜਾਵੇਗਾ, ਨਿਬੜ ਜਾਵੇਗਾ, ਤੁਰਕਾਂ ਦਾ ਰਾਜ ਸਮਾਪਤ ਹੋ ਜਾਵੇਗਾ। ਇਸ ਤਰ੍ਹਾਂ ਦੋ ਵਾਰੀ ਜਦੋਂ ਰਾਏ ਇਕੱਲੇ ਨੇ ਬੇਨਤੀ ਕੀਤੀ ਨਾ ਕਿ ਮਹਾਰਾਜ ਮੇਰੀ ਜੜ ਬਚਾ ਲਓ, ਮੇਰਾ ਵੀ ਜਨਮ ਤੁਰਕਾਂ ਦੇ ਕਰਦਾ ਏ, ਮੇਰੀ ਰੱਖਿਆ ਕਰੋ। ਤੇ ਫਿਰ ਲਾਚਾਰ ਜਿਹਾ ਹੋ ਗਿਆ, ਬਹੁਤ ਜ਼ਿਆਦਾ ਪਛਤਾਪ ਕਰਨ ਲੱਗਾ। ਮਨ 'ਚ ਸੋਚਣ ਲੱਗਾ ਰਾਏ ਇਕੱਲਾ ਵੀ ਹੁਣ ਸਤਿਗੁਰੂ ਜੀ ਗੁੱਸੇ ਵਿੱਚ ਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਵੀਰ ਰਸ ਦੇ ਵਿੱਚ ਵਾ, ਇਸ ਕਰਕੇ ਹੁਣ ਬਖਸ਼ਦੇ ਨਹੀਂ ਹਨ। ਮਨ 'ਚ ਹੀ ਸੋਚਦਾ ਵਾ ਵੀ ਮੈਂ ਹੁਣ ਗੁਰੂ ਸਾਹਿਬ ਦੇ ਨਾਲ ਹੀ ਚਲੇ ਜਾਵਾਂ, ਜਿੱਧਰ ਨੂੰ ਅੱਗੇ ਜਾਣ ਨਾ ਮਾਲਵੇ ਵੱਲ ਨੂੰ, ਜਿਹੜੇ ਜਿਹੜੇ ਪਿੰਡ ਨੂੰ, ਜਿਹੜੇ ਜਿਹੜੇ ਨਗਰ ਨੂੰ ਜਾਣ, ਤੇ ਮੈਂ ਨਾਲ ਹੀ ਜਾਵਾਂ ਗੁਰੂ ਸਾਹਿਬ ਦੇ, ਤੇ ਰਾਹ ਵਿੱਚ ਫਿਰ ਬੇਨਤੀ ਕਰਾਂਗਾ, ਆਪਣੇ ਆਪ ਨੂੰ ਬਖਸ਼ਾਵਾਂਗਾ। ਜਦੋਂ ਨਿਤਾ ਪ੍ਰਤੀ ਮੈਂ ਨਾਲ ਚੱਲਾਂਗਾ, ਨਾਲ ਬੈਠਾਂਗਾ, ਤੇ ਫਿਰ ਕਿਸੇ ਨਾ ਕਿਸੇ ਦਿਨ ਤੇ ਪ੍ਰਸੰਨ ਹੋ ਹੀ ਜਾਣਗੇ। ਤੇ ਜਦੋਂ ਖੁਸ਼ ਹੋਣਗੇ ਉਸ ਵੇਲੇ, ਤੇ ਮਹਾਂਪੁਰਖ ਜਦੋਂ ਖੁਸ਼ ਹੋ ਜਾਣ ਤੇ ਉਦੋਂ ਬਖਸ਼ ਦਿੰਦੇ ਹੁੰਦੇ ਆ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਇਹ ਮਹਾਨ ਹੀ ਪੁਰਖ ਹਨ, ਮਹਾਂਪੁਰਖ ਹਨ। ਤੇ ਜਦੋਂ ਪ੍ਰਸੰਨ ਹੋਣਗੇ ਮੈਂ ਬੇਨਤੀ ਕਰਾਂਗਾ ਤੇ ਫਿਰ ਬਖਸ਼ ਦੇਣਗੇ। ਮੇਰੀ ਜੜ ਲੱਗੀ ਰਹਿ ਜਾਵੇਗੀ, ਮੇਰੀ ਕੁੱਲ ਸੰਸਾਰ ਵਿੱਚ ਚੱਲੇਗੀ, ਮੇਰਾ ਰਾਜ ਭਾਗ ਵੱਜ ਜਾਵੇਗਾ। ਫਿਰ ਜਿਹੜੇ ਦੇ ਆਪਣੇ ਲੋਕ ਸੀ ਨਾ, 300 ਸਿਪਾਹੀ ਸੀ ਰਾਏ ਇਕੱਲੇ ਦਾ, ਉਹਨਾਂ 300 ਸਿਪਾਹੀਆਂ ਦੇ ਨਾਲ, ਆਪਣੇ ਲੋਕਾਂ ਦੇ ਨਾਲ ਰਾਏ ਇਕੱਲੇ ਨੇ ਆਖਿਆ, ਕਹਿਣ ਲੱਗਾ ਵੀ ਸਾਰੇ ਆਪਣੇ ਘਰਾਂ ਨੂੰ ਜਾਓ ਤੇ ਸਾਰੀ ਤਿਆਰੀ ਕਰਕੇ ਆਓ ਸਾਰੇ ਜਾਣੇ। 300 ਬੰਦੇ ਨੂੰ ਇਹਨੇ ਆਖਿਆ ਰਾਏ ਇਕੱਲੇ ਨੇ, ਜਿਹੜਾ ਇਹਦਾ ਨੌਕਰ ਸੀ, ਕਹਿੰਦਾ ਵੀ ਆਪਣੇ ਘਰਾਂ ਨੂੰ ਜਾਓ ਤੇ ਆਪਣੇ ਘਰ ਵਾਲੀਆਂ ਤੇ ਆਪਣੇ ਬੱਚੇ ਵੀ ਨਾਲ ਹੀ ਲੈ ਕੇ ਆਓ। ਸਾਰਾ ਟੱਬਰ ਲੈ ਆਓ ਨਾਲ ਹੀ, ਸਾਰੇ ਦਾ ਸਾਰਾ ਪਰਿਵਾਰ ਲੈ ਆਓ ਨਾਲ ਹੀ, ਤੇ ਆਓ ਆਪਾਂ ਗੁਰੂ ਸਾਹਿਬ ਦੇ ਨਾਲ ਹੀ ਚੱਲ ਗਏ।
ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜਾਣਗੇ ਆਪਾਂ ਨਾਲ ਰਵਾਂਗੇ, ਪਰਿਵਾਰਾਂ ਦੇ ਪਰਿਵਾਰ ਨਾਲ ਹੀ ਜਾਵਾਂਗੇ। ਇਸ ਕਰਕੇ ਮਹਾਰਾਜ ਦੇ ਨਾਲ ਹੀ ਰਵਾਂਗੇ। ਜਿੱਥੇ ਸਤਿਗੁਰੂ ਜੀ ਜਾਣਗੇ ਉੱਥੇ ਆਪਣੇ ਪਰਿਵਾਰਾਂ ਨੂੰ, ਆਪਣੀਆਂ ਪਤਨੀਆਂ ਨੂੰ, ਆਪਣੇ ਬੱਚਿਆਂ ਨੂੰ ਨਾਲ ਰੱਖੀਏ ਗੁਰੂ ਜੀ ਦੇ। ਕਹਿਣ ਲੱਗਾ ਵੀ ਆਓ, ਜੇ ਆਪਣੇ ਰਾਜ ਭਾਗ ਨੂੰ ਬਚਾਉਣਾ ਜੇ ਤੇ ਮਹਾਰਾਜ ਦੇ ਨਾਲ ਤੁਰ ਗਏ। ਜਿੱਥੇ ਖੁਸ਼ ਹੋਣਗੇ ਉੱਥੇ ਬਖਸ਼ਣਗੇ ਆਪਾਂ ਨੂੰ, ਨਹੀਂ ਤਾਂ ਕੋਈ ਹੰਕਾਰੀ ਚੜ ਕੇ ਆ ਜਾਵੇਗਾ। ਗੁਰੂ ਸਾਹਿਬ ਦਾ ਬਚਨ ਹੋ ਗਿਆ ਤੇ ਕੋਈ ਹੰਕਾਰੀ ਚੜ ਕੇ ਆ ਜਾਵੇਗਾ, ਸਾਡਾ ਦੇਸ਼ ਖੋਹ ਲਵੇਗਾ, ਸਾਡੇ ਤੇ ਮਹਾਬਲ ਪਾ ਕੇ, ਆਪਣੀ ਤਾਕਤ ਪਾ ਕੇ। ਤੇ ਫਿਰ ਉਸ ਵੇਲੇ ਜਦੋਂ ਕੋਈ ਹੰਕਾਰੀ ਚੜ ਕੇ ਆ ਗਿਆ ਤੇ ਸਾਡੀਆਂ ਪਤਨੀਆਂ ਦੀਆਂ ਗੁੱਤਾਂ ਫੜ ਫੜ ਕੇ, ਨਾਲੇ ਮਾੜੇ ਬੋਲ ਬੋਲੇਗਾ ਤੇ ਨਾਲੇ ਕੇਸਾਂ ਤੋਂ ਫੜ ਕੇ, ਗੁੱਤਾਂ ਤੋਂ ਫੜ ਕੇ ਘਰਾਂ ਤੋਂ ਬਾਹਰ ਕੱਢ ਕੇ ਸੁੱਟ ਦਵੇਗਾ। ਇਸ ਕਰਕੇ ਜੇ ਰਾਜ ਭਾਗ ਕਾਇਮ ਰੱਖਣਾ ਹੈ, ਆਪਣੀਆਂ ਕੁਲਾਂ ਕਾਇਮ ਰੱਖਣੀਆਂ, ਤੇ ਆਓ ਪਰਿਵਾਰਾਂ ਦੇ ਪਰਿਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੁਰ ਗਏ ਆਪਾਂ। ਜਿੱਥੇ ਮਹਾਰਾਜ ਖਲੋਣ ਉੱਥੇ ਖਲੋਈਏ, ਜਿੱਥੇ ਬੈਠਣ ਉੱਥੇ ਬੈਠੀਏ। ਜੇ ਤੁਰਨ ਤੇ ਨਾਲ ਤੁਰ ਗਏ ਤੇ ਬੇਨਤੀ ਉਹਨਾਂ ਚਿਰ ਕਰਦੇ ਰਹੀਏ ਜਿੰਨਾ ਚਿਰ ਬਖਸ਼ਦੇ ਨਹੀਂ ਹਨ। ਜਿੱਦਣ ਬਖਸ਼ਣਗੇ ਉਦਣ ਵਾਪਸ ਮੁੜਾਂਗੇ, ਜਿੱਥੇ ਬੈਠਣਗੇ ਉੱਥੇ ਨਾਲ ਬੈਠਾਂਗੇ, ਜਿੱਧਰ ਤੁਰਨਗੇ ਉਧਰ ਨਾਲ ਤੁਰਾਂਗੇ। ਤੇ ਇਸ ਕਰਕੇ ਆਪਾਂ ਨਾਲ ਚੱਲ ਗਏ। ਆ ਜਾਓ ਸਾਰੇ। ਜਿੱਥੇ ਸਾਡੇ ਤੇ ਕਿਰਪਾ ਧਾਰ ਕੇ ਸਾਨੂੰ ਬਖਸ਼ਣਗੇ, ਉਥੋਂ ਫਿਰ ਵਾਪਸ ਹਟ ਕੇ ਆਈਏ ਤੇ ਨਾਰ ਆਪਣੀਆਂ ਪਤਨੀਆਂ, ਆਪਣੇ ਪਰਿਵਾਰਾਂ ਨੂੰ ਫਿਰ ਆਪਣੇ ਘਰੇ ਵਸਾਈਏ। ਜਦੋਂ ਇਹਨੇ ਖਲੋਤੇ ਹੋਏ ਨਹੀਂ, ਪਹਿਲਾਂ ਮਹਾਰਾਜ ਵੱਲੇ ਹੱਥ ਜੋੜ ਕੇ ਖਲੋਤਾ ਸੀ, ਗੁਰੂ ਸਾਹਿਬ ਦੇ ਪਲੰਘੇ ਵੱਲੇ ਸਤਿਗੁਰਾਂ ਨੂੰ ਬੇਨਤੀ ਕਰਦਾ ਸੀ, ਰਾਏ ਕੱਲਾ। ਫਿਰ ਉਧਰਲੇ ਪਾਸਿਓਂ ਦੂਜੇ ਪਾਸੇ ਨੂੰ ਮੂੰਹ ਕਰਕੇ ਆਪਣੇ ਲੋਕਾਂ ਨੂੰ ਇਹਨੇ ਬੇਨਤੀ ਕੀਤੀ ਵੀ ਪਰਿਵਾਰਾਂ ਨੂੰ ਲੈ ਕੇ ਆਓ ਨਾਲ। ਮਹਾਰਾਜ ਦੇ ਤੁਰ ਗਏ। ਤੇ ਜਦੋਂ ਇਹਦੀ ਇਹ ਕੀਤੀ ਹੋਈ ਆਪਣੇ ਆਦਮੀਆਂ ਨੂੰ ਇਹ ਗੱਲ ਕਲਗੀਧਰ ਪਾਤਸ਼ਾਹ ਨੇ ਸੁਣੀ ਹੈ, ਤੇ ਸਤਿਗੁਰੂ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰਿਆ ਵੀ ਸਾਡੇ ਬਚਨਾਂ ਉੱਤੇ ਬਹੁਤ ਜ਼ਿਆਦੀ ਪ੍ਰਤੀਤ ਆ ਰਾਏ ਕੱਲੇ ਨੂੰ, ਬਹੁਤ ਵੱਡਾ ਭਰੋਸਾ ਵਾ। ਕਿਉਂਕਿ ਭਰੋਸਾ ਸੀ ਤੇ ਤਾਂ ਹੀ ਬੇਨਤੀ ਕਰਨ ਡਿਆ ਵੀ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਤੁਰਕਾਂ ਦਾ ਰਾਜ ਭਾਗ ਹੁਣ ਖਤਮ ਹੈ ਤੇ ਇਹਨਾਂ ਦੀ ਜੜ ਪੁੱਟੀ ਜਾਵੇਗੀ, ਵੀ ਮੇਰੀ ਵੀ ਨਾਲ ਹੀ ਪੁੱਟੀ ਜਾਵੇ, ਮੇਰਾ ਵੀ ਜਨਮ ਤੁਰਕਾਂ ਦੇ ਘਰ ਦਾ। ਇਸ ਕਰਕੇ ਉਹਦੇ ਮਨ 'ਚ ਭਰੋਸਾ ਸੀ। ਸਤਿਗੁਰੂ ਜੀ ਨੇ ਜਾਣਿਆ ਵੀ ਸਾਡੇ ਬਚਨਾਂ ਤੇ ਇਹਨੂੰ ਪ੍ਰਤੀਤ ਹੈ, ਇਸ ਨੂੰ ਭਰੋਸਾ ਹੈ ਬਹੁਤ ਜ਼ਿਆਦਾ। ਤੇ ਦਇਆ ਦੇ ਸਮੁੰਦਰ, ਕਿਉਂਕਿ ਸਤਿਗੁਰੂ ਜੀ ਸਾਈਂ ਹਨ, ਦਇਆ ਦਾ ਹਿਰਦਾ ਭਰਿਆ ਹੋਇਆ ਹੈ। ਧਰਮੀ ਹੁੰਦਾ ਉਹ ਹੈ ਜਿਹਦੇ ਹਿਰਦੇ ਵਿੱਚ ਦਇਆ ਹੋਵੇ, ਤਰਸ ਹੋਵੇ। ਉਂਝ ਗੁਰਬਾਣੀ ਚ ਮਹਾਰਾਜ ਸਾਹਿਬ ਜੀ ਨੇ ਦਇਆ ਨੂੰ ਧਰਮ ਦੀ ਮਾਂ ਆਖਿਆ। ਧੌਲ ਧਰਮ ਦਇਆ ਕਾ ਪੂਤ। ਤੋ ਗਰੀਬ ਨਵਾਜ ਸਾਹਿਬ ਜੀ ਦਇਆ ਸਿੰਧ, ਦਇਆ ਦਾ ਸਮੁੰਦਰ ਹਨ। ਤੇ ਇਹਦੀ ਇਹ ਗੱਲ ਸੁਣ ਕਰਕੇ ਦਇਆ ਵਿੱਚ ਢਲ ਗਏ ਕਲਗੀਧਰ ਪਾਤਸ਼ਾਹ। ਫਿਰ ਰਾਏ ਕੱਲੇ ਨੂੰ ਬਖਸ਼ਣ ਵਾਸਤੇ ਬਚਨ ਕਰ ਦਿੱਤੇ ਆਪਣੇ ਮੁਖ ਤੋਂ। ਗਰੀਬ ਨਵਾਜ ਸਾਹਿਬ ਜੀ ਨੇ ਵਿਚਾਰਿਆ ਵੀ ਇਹ ਜੋਰਾਵਰੀ ਕਰਦਾ ਰਾਏ, ਵੀ ਬਹੁਤ ਜ਼ਿਆਦਾ ਹੱਠ ਕਰਦਾ ਆਪਣੇ ਆਪ ਨੂੰ ਬਖਸ਼ਾਉਣ ਵਾਸਤੇ, ਵੀ ਆਪਣੀ ਜੜ ਰੱਖਣ ਦੇ ਵਾਸਤੇ ਇਹ ਬਹੁਤ ਜ਼ਿਆਦੀ ਇਹ ਹੱਠ ਕਰ ਰਿਹਾ ਹੈ ਤੇ ਬਹੁਤ ਜੋਰਾ ਜਬਰੀ ਕਰ ਰਿਹਾ, ਵੀ ਇਹ ਬੇਨਤੀਆਂ ਕਰ ਰਿਹਾ ਵੀ ਮਹਾਰਾਜ ਮੈਨੂੰ ਬਖਸ਼ ਦਿਓ, ਵੀ ਬਹੁਤ ਵਾਰ-ਵਾਰ ਇਹ ਖਹਿੜਾ ਕਰ ਰਿਹਾ ਹੈ। ਉਸ ਵੇਲੇ ਮਹਾਰਾਜ ਨੇ ਫਿਰ ਬਖਸ਼ਣ ਦੇ ਵਾਸਤੇ, ਕਿਰਪਾ ਕਰਨ ਵਾਸਤੇ, ਜਿੱਥੇ ਪਲੰਘੇ ਤੇ ਬੈਠੇ ਸੀ ਨਾ, ਤੇ ਸਰਾਣੇ ਵਾਲੇ ਪਾਸੇ ਮਹਾਰਾਜ ਸਾਹਿਬ ਜੀ ਦੀ ਸ੍ਰੀ ਸਾਹਿਬ ਪਈ ਹੋਈ ਸੀ। ਉਹ ਆਪਣੀ ਕਿਰਪਾਨ ਸਤਿਗੁਰੂ ਜੀ ਨੇ ਸਰਾਣੇ ਦੇ ਹੇਠੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਢ ਲਈ। ਆਪਣੇ ਹੱਥਾਂ ਵਿੱਚ ਆਪਣੀ ਸ੍ਰੀ ਸਾਹਿਬ ਲੈ ਕੇ ਤੇ ਰਾਏ ਕੱਲੇ ਨੂੰ ਫਿਰ ਬਚਨ ਕੀਤਾ। ਮਹਾਰਾਜ ਕਹਿੰਦੇ ਰਾਏ ਕੱਲੇ ਆ ਸੋਹਣੀ ਕਿਰਪਾਨ ਅਸੀਂ ਆਪਣੀ
ਗਾਤਰੇ ਦੀ ਸ੍ਰੀ ਸਾਹਿਬ ਤੈਨੂੰ ਬਖਸ਼ਿਸ਼ ਵਜੋਂ ਦਿੰਦੇ ਹਾਂ। ਜਬ ਤੱਕ ਰੱਖੋ ਆਤਮ ਜਿਸ ਕੇਰਾ, ਜਿੰਨਾ ਚਿਰ ਇਹ ਸਾਡੀ ਸ੍ਰੀ ਸਾਹਿਬ ਦਾ ਤੇਰੇ ਖਾਨਦਾਨ ਦੇ ਵਿੱਚ ਅਦਬ ਰਹੇਗਾ, ਜਿੰਨਾ ਚਿਰ ਸਾਡੀ ਇਹ ਸ੍ਰੀ ਸਾਹਿਬ ਦਾ ਤੇਰਾ ਪਰਿਵਾਰ ਸਤਿਕਾਰ ਕਰਦਾ ਰਹੇਗਾ, ਰਹਿ ਬੰਸ ਹੋਏ ਰਾਜ ਬਟੇਗਾ। ਉਹਨਾਂ ਚਿਰ ਤੇਰੀ ਬੰਸ ਵੀ ਰਵੇਗੀ ਦੁਨੀਆ ਤੇ ਤੇਰਾ ਰਾਜ ਭਾਗ ਵੀ ਰਵੇਗਾ। ਜਿੰਨਾ ਚਿਰ ਸਾਡੀ ਸ੍ਰੀ ਸਾਹਿਬ ਦਾ ਅਦਬ ਰਵੇਗਾ ਤੇਰੇ ਖਾਨਦਾਨ ਦੇ ਵਿੱਚ, ਉਹਨਾਂ ਚਿਰ ਤੇਰੀ ਅੰਸ ਬੰਸ ਵੀ ਧਰਤੀ ਤੇ ਰਵੇਗੀ ਤੇ ਤੇਰਾ ਰਾਜ ਭਾਗ ਵੀ ਤੇਰੀ ਕੁਲ ਦੇ ਵਿੱਚ ਰਹੇਗਾ। ਮੈਂ ਭੁੱਲੋ ਸਨਮਾਨ ਹੋਣਾ, ਤੇ ਜਦੋਂ ਤੇਰੀ ਬੰਸ ਵਿੱਚ ਸਾਡੀ ਕਿਰਪਾਨ ਦਾ ਪੂਜਨ ਹਟ ਗਿਆ, ਸਨਮਾਨ ਹੋਣੋਂ ਹਟ ਗਿਆ, ਕਿਦੋਂ ਪਾਏ ਗਏ ਉਹ ਕਰਮਾ, ਤੇ ਜਾਂ ਕੋਈ ਤੇਰੇ ਪਰਿਵਾਰ ਦੇ ਮੈਂਬਰ ਨੇ ਆਪਣੇ ਗਾਤਰੇ ਪਾ ਲਈ ਸਾਡੀ ਸ੍ਰੀ ਸਾਹਿਬ, ਬੰਸ ਰਾਜ ਕਿਸ ਦਿਨ ਤੇ ਸੀਨ, ਉਸੇ ਦਿਨ ਤੋਂ ਤੇਰੀ ਬੰਸ ਤੇ ਰਾਜ ਭਾਗ ਜਿਹੜਾ ਹੈ ਉਹ ਛੀਨ ਹੋਣ ਲੱਗ ਪਵੇਗਾ, ਖਤਮ ਹੋਣ ਲੱਗ ਪਵੇਗਾ ਤੇ ਖਤਮ ਹੋ ਜਾਵੇਗਾ। ਕਛ ਨਹਿ ਰਹਿ ਸਾਥ ਕਰਤੀ, ਫਿਰ ਕੁਛ ਨਹੀਂ ਰਵੇਗਾ। ਇਹ ਬਚਨ ਸੱਚਾ ਜਾਣ ਲੈ। ਸੁਣ ਕਰ ਦੋਨੋਂ ਹੱਥ ਸਾਰੇ, ਸੁਣ ਕਰਕੇ ਕਲਗੀਧਰ ਪਾਤਸ਼ਾਹੀ ਦਾ ਬਚਨ ਰਾਏ ਕੱਲੇ ਨੇ ਫਿਰ ਦੋਵੇਂ ਹੱਥ ਅੱਗੇ ਵਧਾਏ। ਸਤਿਗੁਰ ਤੇ ਹੋਏ ਨਿਰਤ ਅਗਾਨੇ, ਤਾਂ ਗਰੀਬ ਨਵਾਜ ਸਾਹਿਬ ਜੀ ਦੇ ਨੇੜੇ ਹੋ ਕਰਕੇ ਅੱਗੇ ਹੋ ਕਰਕੇ ਦੋਵੇਂ ਹੱਥ ਕੀਤੇ ਅੱਗੇ। ਦੀਜੈ ਸਤਿਗੁਰ ਪੂਜੈ ਸਰਕਾਰ, ਆਖਿਆ ਮਹਾਰਾਜ ਆਪ ਕਿਰਪਾ ਕਰੋ, ਬਖਸ਼ਿਸ਼ ਦਿਓ, ਆਪਣੀ ਸ੍ਰੀ ਸਾਹਿਬ ਬਖਸ਼ੋ ਤੇ ਮੈਂ ਸਦਾ ਹੀ ਆਪ ਜੀ ਦੀ ਸ੍ਰੀ ਸਾਹਿਬ ਦੀ ਪੂਜਾ ਕਰਾਂਗਾ ਤੇ ਮੇਰਾ ਪਰਿਵਾਰ ਮੇਰੀ ਬੰਸ ਵੀ ਆਪ ਜੀ ਦੀ ਸ੍ਰੀ ਸਾਹਿਬ ਦੀ ਪੂਜਾ ਕਰੇਗੀ। ਨਹੀਂ ਅਵਗਿਆ ਪਿਆਰੇ ਹੋ ਕਦਾ, ਮਹਾਰਾਜ ਕਦੇ ਵੀ ਅਸੀਂ ਸ੍ਰੀ ਸਾਹਿਬ ਦੀ ਆਪ ਜੀ ਦੀ ਇਸ ਕਿਰਪਾਨ ਦੀ ਨਰਾਦਰੀ ਨਹੀਂ ਕਰਾਂਗੇ, ਅਸੀਂ ਨਮਸਕਾਰ ਕਰਾਂਗੇ, ਪੂਜਾ ਕਰਾਂਗੇ। ਹਿਰਦੈ ਪ੍ਰਸੰਨ ਰਾਏ ਮੈਂ ਹੋਵਾ, ਇਸ ਤਰ੍ਹਾਂ ਬਖਸ਼ਿਸ਼ ਪ੍ਰਾਪਤ ਕਰਕੇ ਰਾਏ ਕੱਲਾ ਹਿਰਦੇ ਵਿੱਚ ਬਹੁਤ ਖੁਸ਼ ਹੋਇਆ। ਸੁੰਦਰ ਖੜਗ ਕੀਮਤ ਡੂਬਾ, ਉਹ ਸੋਹਣੀ ਖੜਗ ਜਿਹੜੀ ਬਹੁਤੀ ਕੀਮਤ ਵਾਲੀ ਸੀ ਬੇਕੀਮਤੀ ਵੇਖੀ ਹੈ। ਰਾਜ ਤੇਜ ਅਰ ਵਸ ਉਦਾਰਾ, ਉਸ ਵੇਲੇ ਵੇਖਿਆ ਹੈ ਵੀ ਰਾਜ ਤੇਜ, ਰਾਜ ਭਾਗ ਤੇ ਤੇਜ ਪ੍ਰਤਾਪ ਅਤੇ ਬੰਸ ਉਦਾਰਾ ਜਿਹੜੀ ਮੇਰੀ ਸ੍ਰੇਸ਼ਟ ਅੰਸ਼ ਬੰਸ ਹੈ। ਆਇ ਹੋ ਰੱਬ ਹਾਰ ਹਮਾਰਾ, ਉਸ ਸ੍ਰੀ ਸਾਹਿਬ ਵੱਲੇ ਵੇਖ ਕੇ ਸੋਚਦਾ ਹੈ ਵੀ ਮੇਰੇ ਰਾਜ ਤੇਜ ਨੂੰ ਤੇ ਮੇਰੀ ਅੰਸ਼ ਬੰਸ ਨੂੰ ਰੱਖਣ ਵਾਲੀ ਇਹ ਆ, ਇਹ ਗੁਰੂ ਕੀ ਸ੍ਰੀ ਸਾਹਿਬ ਕਰਕੇ ਮੇਰੀ ਅੰਸ਼ ਬੰਸ ਬਚਣੀ ਆ ਤੇ ਮੇਰਾ ਰਾਜ ਤੇ ਤੇਜ ਬਚਣਾ ਹੈ। ਸ੍ਰੀ ਗੁਰੂ ਕਦਮ ਪਦਮ ਸਾਧੇ, ਸ੍ਰੀ ਸਾਹਿਬ ਪ੍ਰਾਪਤ ਕਰਕੇ ਤੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਪਲੰਗੇ ਤੇ ਬੈਠੇ ਹੋਏ ਸੀ ਨਾ, ਤੇ ਸਤਿਗੁਰੂ ਜੀ ਨੇ ਚਰਨ ਆਪਣੇ ਧਰਤੀ ਤੇ ਰੱਖੇ ਹੋਏ ਸੀ, ਜੋੜਾ ਪਾਇਆ ਹੋਇਆ ਚਰਨਾਂ ਦੇ ਵਿੱਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਫਿਰ ਕਦਮ ਵੇਖੇ ਜਿਹੜੇ ਪਦਮ ਸਮ ਕਬਲ ਫੁੱਲ ਦੀ ਤਰ੍ਹਾਂ ਹਨ। ਬਾਰ ਬਾਰ ਬੰਦ ਹੈ ਜਿਸ ਤੇ, ਵਾਰ-ਵਾਰ ਸਿਰ ਰੱਖ ਕਰਕੇ ਮਹਾਰਾਜ ਦੇ ਕਦਮਾਂ ਤੇ ਮੱਥਾ ਟੇਕਿਆ ਰਾਏ ਕੱਲੇ ਨੇ। ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਵਾਰ-ਵਾਰ ਨਮਸਕਾਰ ਕੀਤੀ ਹੈ। ਆਪ ਛੋੜ ਕਰ ਨਰੋ ਅਗਾਨੇ, ਫਿਰ ਹੱਥ ਜੋੜ ਕਰਕੇ ਮਹਾਰਾਜ ਸਾਹਿਬ ਜੀ ਦੇ ਅੱਗੇ ਖਲੋਤਾ ਹੈ। ਇਹੋ ਆਗਿਆ ਹੋਇ ਸੇਵ ਨਿਮਾਜੀ, ਰਾਏ ਕੱਲਾ ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਕੋਈ ਆਗਿਆ ਦਿਓ, ਮੈਂ ਆਪ ਜੀ ਦੀ ਸੇਵਾ ਕਰਾਂ। ਸ੍ਰੀ ਗੁਰ ਕਹਿਓ ਕਵਨ ਹਮ ਚਾਹੈ, ਸੋਭਾ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਰਾਏ ਕੱਲਾ ਹੁਣ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ। ਤੁਮ ਪੀ ਜਾਓ ਆਪਨ ਕਰਨਾ ਹੈ, ਤੇ ਹੇ ਰਾਏ ਕੱਲਾ ਤੂੰ ਵੀ ਹੁਣ ਆਪਣੇ ਘਰ ਦੇ ਵਿੱਚ ਜਾਣਾ ਕਰ। ਜੰਗਲ ਦੇਸ਼ ਹਮਾਰੇ ਸਿੱਧ, ਹੁਣ ਅਸੀਂ ਜੰਗਲ ਦੇਸ਼ ਨੂੰ ਜਾਵਾਂਗੇ। ਮਾਲਵੇ ਨੂੰ ਪਹਿਲਾਂ ਜੰਗਲ ਦੇਸ਼ ਹੀ ਕਹਿੰਦੇ ਸੀ ਕਿਉਂਕਿ ਉਧਰ ਦਰਖਤ ਜ਼ਿਆਦੇ ਜੰਗਲ ਜ਼ਿਆਦਾ ਹੁੰਦਾ ਸੀ, ਇਸ ਕਰਕੇ ਉਹਦਾ ਨਾਂ ਜੰਗਲ ਦੇਸ਼ ਹੀ ਸੀ। ਫਿਰ ਜੰਗਲ ਦੇ ਵਿੱਚ ਮੰਗਲ ਤੇ ਕਲਗੀਧਰ ਪਾਤਸ਼ਾਹ ਨੇ ਲਾਏ, ਮਾਲਵੇ ਨੂੰ ਮਾਲਾ ਮਾਲ ਦਸ਼ਮੇਸ਼ ਪਾਤਸ਼ਾਹ ਜੀ ਨੇ ਕੀਤਾ। ਤੋ ਗਰੀਬ ਨਵਾਜ ਕਹਿੰਦੇ ਜੰਗਲ ਦੇਸ਼ ਹਮਾਰੇ ਸਿੱਖ, ਇਹ ਜੰਗਲ ਦੇਸ਼ ਦੇ ਵਿੱਚ ਮਾਲਵੇ ਦੇ ਵਿੱਚ ਸਾਡੇ ਸਿੱਖ ਰਹਿੰਦੇ ਹਨ। ਅਗਲਾ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਉਹ ਅਸੀਂ ਮਾਲਵੇ ਵਿੱਚ ਹੀ ਬਿਤਾਵਾਂਗੇ। ਇਹ ਰਾਏ ਕੱਲਾ ਹੁਣ ਸਾਨੂੰ ਕੋਈ ਸੇਵਾ ਕਰਾਉਣ ਦੀ ਚਾਹਨਾ ਨਹੀਂ ਹੈ, ਇੱਛਾ ਨਹੀਂ ਹੈ।
ਤੇ ਹੁਣ ਸਾਨੂੰ ਕੋਈ ਹੋਰ ਸੇਵਾ ਦੀ ਲੋੜ ਨਹੀਂ ਕਿ ਜਿਸ ਸੇਵਾ ਵਾਸਤੇ ਅਸੀਂ ਤੈਨੂੰ ਕੁਝ ਕਹੀਏ ਕਿ ਤੂੰ ਆਹ ਸੇਵਾ ਕਰ। ਹੁਣ ਕੋਈ ਇੱਛਾ ਨਹੀਂ ਹੈ, ਕੋਈ ਕਿਸੇ ਪ੍ਰਕਾਰ ਦੀ ਸੇਵਾ ਨਹੀਂ ਹੈ। ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਤੇ ਨਾਲ ਹੋਰ ਜਿਹੜੇ ਪ੍ਰੇਮੀ ਸ਼ਰਧਾਲੂ ਸਨ ਉਹਨਾਂ ਨੂੰ ਕਹਿ ਕੇ ਤੇ ਆਪਣਾ ਪਲੰਘਾ ਉਠਵਾਇਆ ਹੈ। ਸਤਿਗੁਰੂ ਉੱਚ ਦੇ ਪੀਰ ਰੂਪ ਵਿੱਚ ਹੀ ਇੱਥੇ ਪਹੁੰਚੇ ਸਨ ਨਾ ਸਾਧ ਸੰਗਤ ਜੀ। ਮਹਾਰਾਜ ਸਾਹਿਬ ਜੀ ਜਿਉਂ ਮਾਛੀਵਾੜੇ ਤੋਂ ਚੱਲੇ, ਗਰੀਬ ਨਵਾਜ ਸਾਹਿਬ ਜੀ ਪਹਿਲਾਂ ਕਨੇਚ ਪਿੰਡ ਦੇ ਵਿੱਚ, ਫਿਰ ਹੇਰਾਂ ਪਿੰਡ ਦੇ ਵਿੱਚ ਉਦਾਸੀ ਮਹਾਤਮਾ ਦੇ ਕੋਲੇ, ਉਥੋਂ ਫਿਰ ਮਹਾਰਾਜ ਇਹ ਲੰਮੇ ਜੱਟਪੁਰੇ ਆਏ ਸੀ। ਇੱਥੇ ਪਿਛਲੇ ਪਿੰਡ ਦੇ ਜਿਹੜੇ ਪੰਚਾਇਤ ਸੀ ਉਹ ਲੈ ਕੇ ਆਈ ਸੀ ਮਹਾਰਾਜ ਦਾ ਪਲੰਘਾ। ਤੇ ਹੁਣ ਇੱਥੋਂ ਗਰੀਬ ਨਵਾਜ ਸਾਹਿਬ ਜੀ ਦੇ ਨਾਲ ਤਿੰਨੇ ਸਿੰਘ ਹਨ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ, ਤੇ ਨਾਲ ਹੋਰ ਜਿਹੜੇ ਸ਼ਰਧਾਲੂ ਸਿੱਖ ਸੇਵਕ ਨਗਰਾਂ ਦੇ ਮਿਲ ਪਏ। ਤਾਂ ਸਤਿਗੁਰੂ ਜੀ ਨੇ ਬਚਨ ਰਾਏ ਇਕੱਲੇ ਨੂੰ ਕਹਿ ਕੇ ਆਪਣਾ ਪਲੰਘਾ ਉੱਥੇ ਕਹਿ ਕਰਕੇ ਉਠਵਾਇਆ ਹੈ। ਆਪ ਪਲੰਘੇ ਤੇ ਸੋਭਨੀਕ ਹਨ। ਨੀਲਾ ਬਾਣਾ ਮਹਾਰਾਜ ਸਾਹਿਬ ਜੀ ਦਾ, ਨੀਲਾ ਚੋਲਾ ਪਹਿਨਿਆ ਹੋਇਆ, ਨੀਲੀ ਚਾਦਰ ਦੀ ਬੁੱਕਲ ਵੱਜੀ ਹੈ ਸਤਿਗੁਰੂ ਜੀ ਦੀ। ਪਲੰਘੇ ਤੇ ਬੈਠੇ ਹੋਏ ਆ ਤੇ ਸਿੱਖਾਂ ਨੇ ਪਲੰਘਾ ਚੁੱਕਿਆ ਹੈ ਤੇ ਰਾਏ ਕੱਲੇ ਨੇ ਤੇ ਉਹਦੀ ਫੌਜ ਨੇ 300 ਸਿਪਾਹੀਆਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਸਤਿਗੁਰੂ ਜੀ ਨੂੰ। ਸਤਿਗੁਰੂ ਜੀ ਦਾ ਪਲੰਘਾ ਤੁਰਿਆ ਜਾ ਰਿਹਾ ਹੈ, ਅਗਲੇ ਪਾਸੇ ਸਿੱਖ ਲੈ ਕੇ ਜਾ ਰਹੇ ਹਨ। ਜੰਗਲ ਦਿਸ਼ਾ ਚੰਦੇ ਮਹਾਰਾਜ ਸਾਹਿਬ ਜੀ ਜੰਗਲ ਦੀ ਦਿਸ਼ਾ ਮਾਲਵੇ ਦੀ ਤਰਫ ਨੂੰ ਮੁਖ ਕਰਕੇ ਜਾ ਰਹੇ ਹਨ। ਉੱਠਾ ਸਿਰੇ ਸੀਸ ਪਦ ਭਰੇ। ਪਿਆਰੇ ਦਇਆ ਸਿੰਘ ਜੀ ਮੋਰ ਦੇ ਖੰਭਾਂ ਦਾ ਮੁੱਠਾ ਉਹਦਾ ਚੌਰ ਮਹਾਰਾਜ ਦੇ ਸੀਸ ਤੇ ਕਰ ਰਹੇ ਹਨ। ਸਤਿਗੁਰੂ ਜੀ ਦੇ ਸੀਸ ਦੇ ਉੱਤੇ ਮੋਰਾਂ ਦੇ ਖੰਭਾਂ ਦਾ ਚੌਰ ਹੋ ਰਿਹਾ ਹੈ, ਪਿਆਰੇ ਦਇਆ ਸਿੰਘ ਜੀ ਕਰ ਰਹੇ ਹਨ। ਭਲੀ ਪ੍ਰਕਾਰ ਫਿਰ ਰਿਹਾ ਹੈ। ਇਸ ਤਰ੍ਹਾਂ ਲੰਮੇ ਜੱਟਪੁਰੇ ਤੋਂ ਚੱਲਦਿਆਂ ਹੋਇਆਂ ਅੱਗੇ ਫਿਰ ਇੱਕ ਨਗਰ ਆਇਆ। ਉਸ ਨਗਰ ਵਿੱਚ ਸਤਿਗੁਰੂ ਜੀ ਪਹੁੰਚੇ ਹਨ। ਉੱਥੇ ਬੇਰੀ ਦਾ ਦਰਖਤ ਆਇਆ ਤੇ ਬੇਰੀ ਦੇ ਦਰਖਤ ਦੇ ਤਰ ਕਹੀਏ ਥੱਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਇੱਥੇ ਸਿੱਖੋ, ਸਾਡਾ ਪਲੰਘਾ ਰੱਖੋ। ਤੇ ਉਹ ਬੇਰੀ ਦੇ ਦਰਖਤ ਦੇ ਹੇਠਾਂ ਮਹਾਰਾਜ ਸਾਹਿਬ ਜੀ ਦਾ ਪਲੰਘਾ ਟਿਕਾਇਆ ਗਿਆ। ਉੱਥੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਫਿਰ ਰੁਕੇ ਹਨ। ਉੱਥੇ ਮਹਾਰਾਜ ਸਾਹਿਬ ਜੀ ਨੇ ਕੋਈ ਆਪਣੀ ਸਰੀਰਕ ਕਿਰਿਆ ਸੋਧੀ ਹੈ ਸਾਧ ਸੰਗਤ ਜੀ। ਫਿਰ ਜਲ ਵਰਤਿਆ ਹੈ ਤੇ ਸਾਵਧਾਨ ਹੋਏ ਸਥਿਤ ਹੋਏ ਹਨ। ਇਸ ਤਰ੍ਹਾਂ ਫਿਰ ਉੱਥੋਂ ਮਹਾਰਾਜ ਨੇ ਅੱਗੇ ਚਾਲੇ ਪਾ ਦਿੱਤੇ। ਹੌਲੀ ਹੌਲੀ ਸਾਰਾ ਇਹ ਮਾਰਗ ਰਸਤਾ ਲੰਘਦੇ ਗਏ ਜੰਗਲ ਦੇਸ਼ ਆਏ ਤੇ ਫਿਰ ਮਾਲਵਾ ਦੇਸ਼, ਮਾਲਵੇ ਦਾ ਇਲਾਕਾ ਅੱਗੇ ਆ ਗਿਆ ਹੈ। ਸਤਿਗੁਰੂ ਜੀ ਮਾਲਵੇ ਵਿੱਚ ਪ੍ਰਵੇਸ਼ ਕਰ ਗਏ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਪੋਹ ਦੇ ਮਹੀਨੇ 'ਚ ਮਹਾਰਾਜ ਸਾਹਿਬ ਜੀ ਨੇ 6 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡਿਆ ਤੇ ਫਿਰ ਅੱਗੇ ਪੋਹ ਦਾ ਮਹੀਨਾ, ਮਾਘ ਦਾ ਮਹੀਨਾ, ਫੱਗਣ ਦਾ ਮਹੀਨਾ, ਚੇਤ ਦਾ ਮਹੀਨਾ ਲੰਘਿਆ ਤੇ ਵਿਸਾਖ ਦੇ ਮਹੀਨੇ ਵਿੱਚ ਮਹਾਰਾਜ ਸਾਹਿਬ ਜੀ ਉਹ ਖਦਰਾਣੇ ਦੀ ਢਾਬ ਤੇ ਪਹੁੰਚ ਗਏ ਸਨ। ਗਰੀਬ ਨਵਾਜ ਸਾਹਿਬ ਜੀ 1704 ਈਸਵੀ ਸਨ ਨੂੰ ਆਨੰਦਪੁਰ ਸਾਹਿਬ ਛੱਡਿਆ। ਬਿਕਰਮੀ ਸੰਮਤ 1761 ਬਣਦਾ। ਔਰ ਜਿਹੜਾ ਇਹ ਦੇਸੀ ਮਹੀਨਾ ਹੈ ਇਹ ਸਾਧ ਸੰਗਤ ਜੀ ਫੱਗਣ ਤੋਂ ਅੱਗੇ ਚੇਤ ਨੂੰ ਬਦਲਦਾ ਹੈ ਤੇ ਜਿਹੜਾ ਅੰਗਰੇਜ਼ੀ ਹੈ ਉਹ ਜਨਵਰੀ ਤੋਂ। ਦਸੰਬਰ ਦੇ ਵਿੱਚ ਆਨੰਦਪੁਰ ਸਾਹਿਬ ਛੱਡਿਆ ਤੇ ਅੱਗੇ ਜਿਸ ਵੇਲੇ ਜਨਵਰੀ ਆਈ ਹੈ ਤੇ ਫਿਰ 1762 ਹੋ ਗਿਆ। ਤੇ ਮਹਾਰਾਜ ਸਾਹਿਬ ਜੀ ਹੁਣ ਇੱਥੋਂ ਅੱਗੇ ਫਿਰ ਦੀਨੇ ਕਾਂਗੜ ਜਾਂਦੇ ਆ। ਦੀਨੇ ਕਾਂਗੜ ਤੋਂ ਬਾਅਦ ਮਹਾਰਾਜ ਸਾਹਿਬ ਜੀ ਰਾਮੇ ਵਾਲੇ ਪਿੰਡ, ਹੋਰ ਪਿੰਡਾਂ ਦਾ ਵੀ ਜ਼ਿਕਰ ਵਿੱਚ ਆਵੇਗਾ ਅੱਗੇ ਲੜੀਵਾਰ ਪ੍ਰਸੰਗ 'ਚ। ਫਿਰ ਮਹਾਰਾਜ ਸਾਹਿਬ ਜੀ ਖਦਰਾਣੇ ਦੀ ਢਾਬ ਤੇ ਫਿਰ ਵਜੀਦਾ 7000 ਫੌਜ ਲੈ ਕੇ ਉੱਥੇ ਜਾਂਦਾ ਤੇ ਉੱਥੇ ਫਿਰ ਮਹਾਰਾਜ ਦਾ ਮੁਕਾਬਲਾ ਹੁੰਦਾ। ਤੇ ਜਿਸ ਵੇਲੇ ਰਾਮੇ ਵਾਲੇ ਪਿੰਡ ਦੇ ਵਿੱਚ ਪੰਚਾਇਤ ਨੇ ਬਦਾਵਾ ਲਿਖਿਆ ਸੀ, ਫਿਰ ਭਾਈ ਮਹਾ ਸਿੰਘ ਦੇ ਸਾਥੀਆਂ ਨੇ ਮੁਕਾਬਲਾ ਕੀਤਾ ਸੀਗਾ। 40 ਸਿੰਘ ਤੇ 41ਵੀਂ ਮਾਈ ਭਾਗੋ ਖਦਰਾਣੇ ਦੀ ਢਾਬ ਤੇ। ਮਹਾਰਾਜ ਖਦਰਾਣੇ ਦੀ ਢਾਬ ਤੋਂ ਅਗਲੇ ਪਾਸੇ ਉੱਚੀ ਟਿੱਬੀ ਤੇ ਚਲੇ ਜਾਂਦੇ। ਇਹ ਜਿਹੜਾ ਜੰਗ ਵਿਸਾਖ ਦੇ ਮਹੀਨੇ ਵਿੱਚ ਹੋਇਆ ਸੀ, ਉਦੋਂ 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਫਿਰ ਭਾਈ ਮਹਾ ਸਿੰਘ ਜੀ ਮਹਾਰਾਜ ਸਾਹਿਬ ਜੀ ਦੀ ਗੋਦ ਵਿੱਚ ਉਹਨਾਂ ਨੇ ਬਦਾਵਾ ਪੜਵਾ ਕੇ ਸ਼ਹਾਦਤ ਪ੍ਰਾਪਤ ਕੀਤੀ। 40 ਦਾ ਆਪਣੇ ਹੱਥੀਂ ਸੰਸਕਾਰ ਕੀਤਾ।
पर बचन महाराज ने कीता सी भी लोग माघ दे महीने विच वख-वख तीर्थां ते जाके इशनान करदे आ। इत्थे साडे प्यारे 40 ਸਿੰਘਾਂ ने शहादत प्राप्त की। साडे प्यार दे विच ਜਿਹੜਾ ਇੱਥੇ ਆ ਕੇ ਮਾਘੀ ਦਾ ਇਸ਼ਨਾਨ ਕਰੇਗਾ ਉਹਨੂੰ ਮੁਕਤੀ ਮਿਲੇਗੀ, ਉਹਦੀ ਕਲਿਆਣ ਹੋਵੇਗੀ, ਉਹਦੀਆਂ ਮਨ ਦੀਆਂ ਭਾਵਨਾ ਪੂਰੀਆਂ ਹੋਣਗੀਆਂ। ਤੇ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਇਹਨੂੰ ਕੋਈ ਖਦਰਾਣੇ ਦੀ ਢਾਬ ਨਹੀਂ ਆਖੇਗਾ। ਇੱਥੇ ਸਾਡੇ 40 ਮੁਕਤੇ ਹੋਏ ਆ, ਇਹਨਾਂ ਨੂੰ ਅਸੀਂ ਮੁਕਤੇ ਕਹਿੰਦੇ ਹਾਂ, ਮੁਕਤ ਕਰਦੇ ਹਾਂ। ਖਦਰਾਣੇ ਦੀ ਢਾਬ ਨੂੰ ਮੁਕਤਸਰ ਸਾਹਿਬ ਦਾ ਵਰਦਾਨ ਦਿੰਦੇ ਆ। ਉਹ ਫਿਰ ਖਦਰਾਣੇ ਦੀ ਢਾਬ ਨੂੰ ਮਹਾਰਾਜ ਨੇ ਮੁਕਤਸਰ ਸਾਹਿਬ ਬਣਾਇਆ। ਪਰ ਉਹ ਦਿਹਾੜਾ ਮਾਘੀ ਵਾਲੇ ਦਿਨ ਤਾਂ ਮਨਾਇਆ ਜਾਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਸੀ ਕਿ ਕੋਈ ਇੱਥੇ ਆ ਕੇ ਮਾਘ ਦੀ ਸੰਗਰਾਂਦ ਨੂੰ ਇਸ਼ਨਾਨ ਕਰੇਗਾ ਤੇ ਉਹਨੂੰ ਇਹ ਫਲ ਮਿਲੇਗਾ। ਪਰ ਜੰਗ ਵੈਸਾਖ ਦੇ ਮਹੀਨੇ ਵਿੱਚ ਹੋਇਆ ਸੀ 1762 ਬਿਕਰਮੀ ਸੰਮਤ ਤੇ 1705 ਈਸਵੀ ਸਨ ਨੂੰ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਸੋ ਭਾਈ ਸਾਹਿਬ ਜੀ ਗਿਆਨੀ ਮਲਕੀਤ ਸਿੰਘ ਜੀ ਜਿਨ੍ਹਾਂ ਨੇ ਨਾਲ ਪਾਠ ਕਰਾਉਣ ਦੀ ਸੇਵਾ ਕੀਤੀ, ਇਹ ਆਪ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਵਿਦਵਾਨ ਹਨ। ਦਮਦਮੀ ਟਕਸਾਲ ਚੋਂ ਪੜ੍ਹੇ ਹੋਏ ਹਨ ਸਾਧ ਸੰਗਤ ਜੀ, ਔਰ ਗੁਰਬਾਣੀ ਦੀ ਕਥਾ ਵੀ ਕਰਦੇ ਆ। ਤੇ ਅਨੇਕਾਂ ਸਿੰਘਾਂ ਨੂੰ ਇਹਨਾਂ ਨੇ, ਸੈਂਕੜੇ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣ ਦੀ ਸੇਵਾ ਵੀ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹਨਾਂ ਤੇ ਮਿਹਰ ਹੈ, ਬਖਸ਼ਿਸ਼ ਹੈ। ਸੋ ਜਿਨ੍ਹਾਂ ਨੇ ਨਾਲ ਪਾਠ ਕਰਾਉਣ ਦੀ ਸੇਵਾ ਕੀਤੀ ਹੈ। ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਸੋ ਪਿਆਰ ਦੇ ਨਾਲ 2-4 ਵਾਰੀ ਵਾਹਿਗੁਰੂ ਗੁਰਮੰਤਰ ਵਿੱਚ ਜੁੜ ਗਏ ਜੀ। ਵਾਹਿਗੁਰੂ 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 ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਸਿੱਧ ਬੋਲਨ ਸੁਭ ਬਚਨ, ਸਿੱਧ ਬੋਲਨ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ हे गोविंद हे गोपाल हे दयाल लाल, प्राणनाथ अनाथ सखे दीन दर्द निवार, हे समरथ अगम पूरन मोहि मया धार, अंधकूप महाभयान नानक पारे उतार, आए प्रभ शरणागति कृपा निध दयाल, एक अक्षर हर मन बसत नानक होत निहाल, कथा निता प्रत होत है सुन हो सिंह सुजान, नानक गुर गोबिंद सिंह जी सदा करे कल्याण, नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह।
ਸਤਿ ਸ੍ਰੀ ਅਕਾਲ।